तीर्थ जुगल चरण मम बंदना तर पर तर कर माथ। श्री नानक अंगद गुरु अमरदास पद बंद। रामदास अर्जन गुरु बर श्री हर गोविंद। श्री हर राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत विराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकार सतगुरु तिह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा नौरंग की बेगम होती गर्भवती नव मास। समय प्रसूतन के तब अटक रही दुख रास। नौरंग की बेगम होती। वाहिगुरु जी का खालसा वाहिगुरु जी की फतेह। करुणा निधान दीन दयाल गरीब निवाज पतित पावन भगत वत्सल अंतरजामी अकाल पुरख वाहिगुरु साहिब जी की अपार बख्शिश किरपालता का सदका चौर छत्र तख्त दे मालक 10 पातशाहियां दे प्रतख जोत स्वरूप प्रगट गुरां की देह गुरता गद्दी उपर सुभाएमान। धन धन श्री गुरु ग्रंथ साहिब जी महाराज जी की पावन पवित्र हजूरी विच सज बैठे गुरु की साजी निवाजी साध संगत जीओ। जिथे आप संगतां ने गुरबाणी पढ़ सुन गुरु साहिब जी के दर्शन दीदारे सतसंगत करके लाहा प्राप्त किया है, उथे होर भी लाहा प्राप्त करने वास्ते गुर इतिहास की कथा विचार श्रवण करिए। गुर इतिहास की चल रही लड़ीवार कथा विचार के प्रसंग जिवें सरवण कराए जा रहे हैं। सतगुरु हरराय साहब महाराज सच्चे पातशाह जी को जिस वेले समय के बादशाह औरंगजेब ने अपने पास सदना चाहया, सतगुरु महाराज साहब जी ने अपने वड्डे सपुत्र बाबा राम राय जी को उन्होंने पास भेजा दिल्ली शहर विच। उथे रहिंदियां होया मजनू के टिले वाले स्थान ते जिथे पहले पातशाह सतगुरु महाराज साहब ने भी चरण पाए। सतगुरु छेवें पातशाह महाराज साहब जी दे भी चरण छोह मुबारक चरण उथे छूहे हैं। उस स्थान ते बाबा राम राय जी का निवास रहा है। उथों ही बादशाह दे अपने पास सदन ते गुरु के साहिबजादा बाबा राम राय जी उसकी कचहरी विच नेता प्रति जिमें जिमें वह बुलाउंदा है जां बाहर विचरण वास्ते शिकार के बहाने नाल ले जाता है, उत्थे जाते रहे। पिछले दीवान विच आप संगतां प्रसंग सुनिया है कि शहर दे विच भयानक बीमारी जिस वेले फैल गई
ਮਰੀ ਨਾਮੇ ਭਿਆਨਕ ਬਿਮਾਰੀ, ਦਸਤ ਉਲਟੀਆਂ ਆਦਿਕ ਲੱਗ ਜਾਣੀਆਂ, ਹੈਜਾ ਆਦਿਕ ਹੋ ਜਾਣਾ। ਇਸ ਭਿਆਨਕ ਬਿਮਾਰੀ ਨਾਲ ਅਨੇਕਾਂ ਹੀ ਮੌਤਾਂ ਹੋਈਆਂ। ਵੈਦਾਂ ਹਕੀਮਾਂ ਦੇ ਪਾਸੋਂ ਕਿਸੇ ਪ੍ਰਕਾਰ ਵੀ ਕਾਬੂ ਨਹੀਂ ਸੀ ਪਾਇਆ ਗਿਆ। ਘਰਾਂ ਘਰਾਂ ਦੇ ਵਿੱਚ ਬਹੁਤਾ ਹੀ ਕਲ ਕਲੇਸ਼, ਰੋਣਾ ਪਿੱਟ ਸਿਆਪੇ ਆਦਿ ਹੋਏ। ਬਾਦਸ਼ਾਹ ਨੇ ਸੁਣਿਆ ਕਿ ਬਹੁਤ ਲੋਕ ਰੋਂਦੇ ਹਨ। ਇੱਕ ਦਿਨ ਕਚਹਿਰੀ ਵਿੱਚ ਬਾਬਾ ਰਾਮ ਰਾਏ ਜੀ ਦੇ ਪਾਸ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਇਸ ਦਾ ਇਲਾਜ ਤੁਹਾਡੇ ਵਰਗਿਆਂ ਪਾਸ ਹੁੰਦਾ ਹੈ, ਤੁਸੀਂ ਕਰ ਸਕਦੇ ਹੋ। ਤਾਂ ਬਾਬਾ ਜੀ ਨੇ ਆਪਣੇ ਚਰਨਾਂ ਦਾ ਜਲ ਛਕਾਉਣ ਲਈ ਆਖਿਆ। ਚਰਨਾਮ੍ਰਿਤ ਪ੍ਰਾਪਤ ਕਰਕੇ ਉਸ ਵੇਲੇ ਵੀ ਕਚਹਿਰੀ ਵਿੱਚ ਜਿਹੜੇ ਲੋਕ ਸਨ, ਜਿਨ੍ਹਾਂ ਦੇ ਘਰਾਂ ਦੇ ਸੰਬੰਧੀਆਂ ਨੂੰ ਮਰੀ ਦੀ ਬਿਮਾਰੀ ਲੱਗੀ ਸੀ, ਉਹਨਾਂ ਨੇ ਵੀ ਛਕਾਇਆ। ਉਹ ਰਾਜੀ ਹੋਣ ਤੇ ਉਹਨਾਂ ਨੇ ਆਣ ਕੇ ਦੱਸਿਆ। ਪਤਾ ਲੱਗਣ ਤੇ ਸ਼ਹਿਰ ਨਿਵਾਸੀਆਂ ਦੇ ਵਿੱਚ ਇਹ ਗੱਲ ਫੈਲੀ। ਚਰਨੋਦਕ ਚਰਨਾਂ ਦਾ ਜਲ ਪ੍ਰਾਪਤ ਕਰਕੇ ਲੋਕੀ ਰਾਜੀ ਹੋਣ ਲੱਗੇ। ਇਸ ਤਰ੍ਹਾਂ ਭਿਆਨਕ ਬਿਮਾਰੀ ਦੂਰ ਹੋਈ ਸ਼ਹਿਰ ਵਿੱਚੋਂ। ਇਸੇ ਤਰ੍ਹਾਂ ਇੱਕ ਦਿਨ ਬਾਦਸ਼ਾਹ ਗੁਰੂ ਕੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਸ਼ਿਕਾਰ ਕਰਨ ਵਾਸਤੇ ਬਾਹਰ ਗਿਆ। ਹੋਰ ਸਿਪਾਹੀ ਆਦਿਕ ਪਿੱਛੇ ਛੱਡ ਦਿੱਤੇ ਸਨ। ਇੱਕ ਹਰਨ ਦੇ ਪਿੱਛੇ ਸ਼ਿਕਾਰ ਕਰਨ ਲਈ ਚੱਲ ਪਿਆ। ਦੂਰ ਦਰਾਡੇ ਨਿਕਲ ਗਿਆ ਹਰਨ। ਦੂਰ ਤੱਕ ਜਾ ਕੇ ਉਸ ਦਾ ਸ਼ਿਕਾਰ ਕੀਤਾ। ਵਾਪਸ ਆਉਂਦਿਆਂ ਬਹੁਤੀ ਜ਼ਿਆਦਾ ਤਪਸ਼ ਹੋਣ ਕਰਕੇ, ਸੂਰਜ ਦੀ ਧੁੱਪ ਨਾ ਝੱਲਣ ਕਰਕੇ ਔਰੰਗਜ਼ੇਬ ਨੇ ਬੇਨਤੀ ਕੀਤੀ ਕਿ ਕੋਈ ਸੇਵਕ ਨੌਕਰ ਚਾਕਰ ਨਾਲ ਨਹੀਂ ਹੈ, ਤੁਸੀਂ ਕਿਸੇ ਤਰ੍ਹਾਂ ਛਾਂ ਕਰ ਦਿਓ। ਆਕਾਸ਼ ਵਿੱਚ ਬੱਦਲ ਵੀ ਨਹੀਂ ਸਨ, ਨਾ ਹੀ ਕੋਈ ਛਤੜੀ ਪਾਸ ਸੀ। ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਤਾਂ ਛਾਇਆ ਹੋਣ ਲੱਗ ਪਈ। ਦੋਹਾਂ ਦੇ ਉੱਪਰ ਛਾਂ ਹੋ ਗਈ। ਜਿਵੇਂ ਬਚਨ ਕੀਤਾ ਤਿਵੇਂ ਹੀ ਇਸੇ ਪ੍ਰਕਾਰ ਹੀ ਜਾਂਦੇ ਰਹੇ, ਸ਼ਹਿਰ ਤੱਕ ਪਹੁੰਚੇ। ਆਪੋ ਆਪਣੇ ਸਥਾਨਾਂ ਨੂੰ, ਨਿਵਾਸ ਨੂੰ ਚਲੇ ਗਏ ਹਨ। ਫਿਰ ਉਹ ਛਾਂ ਹਟੀ ਹੈ। ਬਹੁਤਾ ਹੀ ਜਸ ਸ਼ਹਿਰ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਹੋਇਆ। ਇਹ ਪ੍ਰਸੰਗ ਵਿਸਥਾਰ ਪੂਰਵਕ ਸਰਵਣ ਕਰਾਏ ਗਏ ਨੇ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨੌਰੰਗ ਕੀ ਬੇਗਮ ਹੋਤੀ। ਔਰੰਗਜ਼ੇਬ ਬਾਦਸ਼ਾਹ ਦੀ ਜੋ ਇੱਕ ਬੇਗਮ ਸੀ, ਗਰਭਵਤੀ ਨਵ ਮਾਸ। ਜੋ ਕਿ ਗਰਭਵਤੀ ਹੋਈ ਨੂੰ, ਜਿਸ ਨੂੰ 9 ਮਹੀਨੇ ਹੋ ਚੁੱਕੇ ਸਨ। ਸਮੈ ਪ੍ਰਸੂਤਨ ਕੇ ਤਬੈ। ਜਿਸ ਵੇਲੇ ਉਸ ਵਾਸਤੇ ਬੱਚੇ ਦੇ ਜਨਮ ਦਾ ਸਮਾਂ ਆਇਆ, ਜਨਮ ਹੋਣ ਦਾ, ਅਟਕ ਰਹੀ ਦੁਖ ਰਾਸ। ਤਾਂ ਬਹੁਤੇ ਜ਼ਿਆਦਾ ਦੁਖੀ ਹੋਣਾ ਪਿਆ। ਜਿਸ ਕਰਕੇ ਐਸੀ ਕੋਈ ਜੋ ਰੁਕਾਵਟ, ਇਸ ਪ੍ਰਕਾਰ ਦੀ ਕੋਈ ਬਿਮਾਰੀ ਲੱਗੀ ਹੈ, ਕੋਈ ਦੁੱਖ ਲੱਗਾ, ਜਿਸ ਕਰਕੇ ਬੱਚੇ ਦਾ ਜਨਮ ਨਹੀਂ ਸੀ ਹੋ ਰਿਹਾ। ਚੌਪਈ ਯਤਨ ਅਨੇਕ ਕਰਤ ਬਹੁ ਸਿਆਣੇ। ਤੇ ਬਹੁਤੇ ਸਿਆਣੇ ਵੈਦ ਹਕੀਮ ਲੋਕ ਅਨੇਕ ਤਰ੍ਹਾਂ ਦਾ ਇਲਾਜ ਕਰਨ ਵਾਸਤੇ ਯਤਨ ਦੱਸਦੇ। ਟੋਨਾ ਟਾਮਨ ਕੌਣ ਬਖਾਨੇ। ਤੇ ਟੂਣਾ ਟਾਮਣ ਆਦਿਕ ਵੀ ਕਈ ਕਹਿੰਦੇ। ਕਿੱਥੋਂ ਤੱਕ ਕਵੀ ਜੀ ਕਹਿੰਦੇ ਹਨ ਕਿ ਜੋ ਗਿਣ ਕੇ ਦੱਸਣਾ ਕਰੀਏ ਕਿ ਕਿੰਨੇ ਕੁ ਇਲਾਜ ਉਹਨਾਂ ਨੇ ਕਰਨ ਦਾ ਯਤਨ ਕੀਤਾ। ਆਨ ਹਜ਼ਾਰੋਂ ਕੀਏ ਉਪਚਾਰੂ। ਕਿਸ ਬਾਬਤ ਦੱਸੀਏ। ਕਈਆਂ ਨੇ ਟੂਣੇ ਟਾਮਣ ਕਰਨ ਕਰਾਉਣ, ਜੰਤਰ ਮੰਤਰ ਤੰਤਰ ਆਦਿਕ ਵੀ ਕਰਨ ਕਰਾਉਣ ਵਾਲਿਆਂ ਨੇ ਦਸਾਂ ਪਾਈਆਂ ਹਨ। ਐਸੇ ਯਤਨ ਵੀ ਕੀਤੇ ਹਨ। ਸੋ ਹਜ਼ਾਰਾਂ ਹੀ ਵੈਦਾਂ ਹਕੀਮਾਂ ਨੇ ਆਣ ਕੇ ਇਲਾਜ ਦੱਸੇ ਹਨ। ਕਿਸਹੂ ਤੇ ਨਹਿ ਕਾਰਜ ਸਾਰੂ। ਇਹ ਕਿਸੇ ਦੇ ਕੋਲੋਂ ਵੀ ਜੋ ਬੱਚੇ ਦਾ ਜਨਮ ਹੋਣ ਵਾਸਤੇ ਕਿਸੇ ਪ੍ਰਕਾਰ ਵੀ ਇਲਾਜ ਨਹੀਂ ਸੀ ਹੋ ਸਕਿਆ। ਬੇਗਮ ਕਸ਼ਟ ਪਾਏ ਅਤ ਰਹੀ। ਤੇ ਜਿਸ ਕਰਕੇ ਔਰੰਗਜ਼ੇਬ ਦੀ ਜੋ ਉਹ ਬੇਗਮ
ਬਹੁਤਾ ਜ਼ਿਆਦਾ ਦੁੱਖ ਪਾਉਂਦੀ ਰਹੀ। ਸੁਨ ਬਹੁ ਬੇਰ ਸ਼ਾਹ ਸੋ ਤੇ ਕਹੀ। ਜਿਸ ਵੇਲੇ ਇਸ ਗੱਲ ਦਾ ਪਤਾ ਲੱਗਿਆ, ਬਹੁਤੀ ਵਾਰ ਬਾਦਸ਼ਾਹ ਨੂੰ ਆ ਕੇ ਦੱਸਿਆ ਗਿਆ, ਅਨਕ ਸਿਆਣੇ ਪੁਨਹ ਬੁਲਾਏ। ਤੇ ਔਰੰਗਜ਼ੇਬ ਬਾਦਸ਼ਾਹ ਨੇ ਅਨੇਕਾਂ ਹੀ ਸਿਆਣੇ ਹਕੀਮਾਂ ਨੂੰ ਪਾਸ ਸੱਦਿਆ। ਕਰ ਉਪਚਾਰ ਥੱਕੇ ਸਮੁਦਾਏ। ਉਹਨਾਂ ਦੇ ਪਾਸੋਂ ਇਲਾਜ ਵੀ ਕਰਵਾਇਆ ਹੈ, ਪਰ ਸਭ ਤਰ੍ਹਾਂ ਦਾ ਇਲਾਜ ਕਰਦੇ ਹੋਏ ਵੈਦ ਹਕੀਮ ਹਾਰ ਗਏ। ਧਾਏ ਅਨੇਕ ਨਗਰ ਤੇ ਗਈ। ਤੇ ਅਨੇਕਾਂ ਨਗਰਾਂ ਤੋਂ ਦਾਈਆਂ ਆਦਿਕ ਵੀ ਆਈਆਂ, ਤਉ ਪ੍ਰਸੂਤ ਨ ਕਿਸ ਤੇ ਭਈ। ਤਾਂ ਕਿਸੇ ਪ੍ਰਕਾਰ ਵੀ ਜੋ ਬਾਦਸ਼ਾਹ ਦੀ ਬੇਗਮ ਨੂੰ ਜੋ ਬੱਚੇ ਦੇ ਜਨਮ ਹੋਣ ਵਿੱਚ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਆਈ। ਅਨਕ ਰੀਤ ਕੇ ਕਰਤ ਇਲਾਜ। ਤੇ ਅਨੇਕ ਤਰ੍ਹਾਂ ਦਾ ਇਲਾਜ ਭਾਵੇਂ ਵੈਦ ਹਕੀਮ ਆਦਿਕ ਕਰਦੇ, ਪਚ ਪਚ ਹਾਰੇ ਵੈਦ ਸਮਾਜ। ਤੇ ਬਹੁਤੇ ਜ਼ਿਆਦਾ ਵੈਦਾਂ ਦਾ ਸਮਾਜ ਹੀ, ਜਾਣੋ ਕਿ ਬਹੁਤ ਸਾਰੇ ਵੈਦ ਜਿਹੜੇ ਹਨ ਇਲਾਜ ਕਰਦੇ ਕਰਦੇ ਹੋਏ ਥੱਕ ਗਏ। ਸਭਾ ਵਿਖੈ ਜਬ ਗੁਰ ਸੁਤ ਆਏ। ਤੇ ਜਹਾਂ ਜੋ ਬਾਦਸ਼ਾਹ ਹੈ ਔਰੰਗਜ਼ੇਬ, ਇਸ ਦੀ ਕਚਹਿਰੀ ਦੇ ਵਿੱਚ ਜਦੋਂ ਇਸ ਵੱਲੋਂ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਸੱਦਿਆ ਗਿਆ, ਸਾਦਰ ਬੋਲਤ ਸ਼ਾਹ ਬਿਠਾਏ। ਬੜੇ ਹੀ ਆਦਰ ਦੇ ਸਹਿਤ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕਰਕੇ ਆਪਣੇ ਪਾਸ ਬਾਦਸ਼ਾਹ ਨੇ ਬਿਠਾਇਆ। ਬੇਗਮ ਕੈ ਪ੍ਰਸੂਤ ਹੋਏ ਨਾਹੀ। ਉਸਨੇ ਬੇਨਤੀ ਕੀਤੀ ਹੈ ਕਿ ਬੇਗਮ ਦੇ ਕੁੱਖ ਤੋਂ ਬੱਚੇ ਦਾ ਜਨਮ ਨਹੀਂ ਹੋ ਰਿਹਾ, ਲਖੋ ਇਲਾਜ ਕਰੋ ਅਬ ਕਿ ਤਾਹੀ। ਜੇ ਤੁਸੀਂ ਇਲਾਜ ਜਾਣਦੇ ਹੋ ਤਾਂ ਉਹ ਇਲਾਜ ਤੁਸੀਂ ਕਰ ਦਿਓ। ਤੁਮ ਸਮ ਪੁਰਖਨ ਪਾਸ ਹੋਵੰਤ। ਤੇ ਤੁਹਾਡੇ ਜਿਹੇ ਜੋ ਸਿਆਣੇ ਲੋਕ ਹੁੰਦੇ ਹਨ, ਮਹਾਤਮਾ ਮਹਾਂਪੁਰਖ ਹੁੰਦੇ ਹਨ, ਉਹਨਾਂ ਦੇ ਪਾਸ ਇਲਾਜ ਹੁੰਦਾ ਹੈ। ਔਖਦ ਕਿਦੋ ਜੰਤਰ ਕੈ ਮੰਤ। ਤੇ ਜਾਂ ਇਲਾਜ ਕੋਈ ਹੁੰਦਾ ਹੈ, ਐਸਾ ਇਲਾਜ ਦੱਸ ਦਿਓ। ਜਾਂ ਕੋਈ ਯੰਤਰ ਹੈ, ਕੋਈ ਮੰਤਰ ਤੰਤਰ ਆਦਿਕ ਵੀ ਹੈ ਤੁਹਾਡੇ ਪਾਸ ਇਲਾਜ ਵਾਸਤੇ ਤਾਂ ਦੱਸੋ। ਕਸ਼ਟ ਛੁਡਾਵੋ ਬੇਗਮ ਕੇਰਾ। ਤੇ ਮੇਰੀ ਬੇਗਮ ਨੂੰ ਕਸ਼ਟ ਤੋਂ ਦੁੱਖ ਤੋਂ ਆਪ ਕਿਰਪਾ ਕਰਕੇ ਛੁਡਾ ਲਓ, ਦੁੱਖ ਦੂਰ ਕਰ ਦਿਓ। ਬਹੁ ਕਲਾਮ ਤੇ ਸੁਖ ਨਹਿ ਹੇਰਾ। ਬਹੁਤੀਆਂ ਕਲਾਮਾਂ ਵੀ ਪੜ੍ਹਨ ਵਾਲਿਆਂ ਕਾਜ਼ੀਆਂ ਮੁੱਲਾਂ ਆਦਿਕ ਨੇ ਪੜ੍ਹੀਆਂ ਨੇ, ਪਰ ਕਿਸੇ ਤਰ੍ਹਾਂ ਵੀ ਸੁਖ ਨਹੀਂ ਪ੍ਰਾਪਤ ਹੋ ਸਕਿਆ। ਸਕਲ ਸਿਆਣੇ ਰਹਿ ਪਚਹਾਰੀ। ਤੇ ਜਿਹੜੇ ਬਹੁਤ ਜ਼ਿਆਦਾ ਸਿਆਣੇ ਹਕੀਮ ਵੈਦ ਆਦਿਕ ਹੈ, ਉਹਨਾਂ ਨੇ ਇਲਾਜ ਦੱਸੇ, ਇਲਾਜ ਕੀਤੇ ਹੈ, ਪਰ ਉਹ ਪਚ ਗਏ ਇਲਾਜ ਕਰਦੇ ਕਰਦੇ, ਭਾਵ ਥੱਕ ਹਾਰ ਗਏ। ਕਿਸ ਕੋ ਸਫਲ ਨ ਕੋ ਉਪਚਾਰੀ। ਤੇ ਕਿਸੇ ਵੱਲੋਂ ਕੀਤਾ ਹੋਇਆ ਕੋਈ ਵੀ ਇਲਾਜ ਸਫਲ ਨਹੀਂ ਹੋ ਸਕਿਆ। ਸੁਨ ਸਤਿਗੁਰ ਕੇ ਨੰਦਨ ਕਹੈ। ਬਾਦਸ਼ਾਹ ਔਰੰਗਜ਼ੇਬ ਤੋਂ ਸੁਣ ਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਬਚਨ ਕਰਨ ਲੱਗੇ, ਹਮਰੇ ਤੋ ਇੱਕ ਜਪ ਜੀ ਅਹੈ। ਇਹ ਬਾਦਸ਼ਾਹ, ਸਾਡੇ ਵਾਸਤੇ ਤਾਂ ਇਸ ਇਲਾਜ ਲਈ ਇੱਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਹੈ। ਸਗਲੇ ਕਸ਼ਟਨ ਕਹੋ ਨਿਰਵਾਰਤ। ਇਹ ਜਪਜੀ ਸਾਹਿਬ ਦੀ ਬਾਣੀ ਹੈ, ਜਿਸ ਨੂੰ ਪੜ੍ਹ ਸੁਣ ਕੇ ਸਾਰੇ ਦੁੱਖਾਂ ਨੂੰ ਦੂਰ ਕੀਤਾ ਜਾਂਦਾ ਹੈ। ਭੂਤ ਪ੍ਰੇਤ ਆਦਿਕ ਸਭ ਹਾਰਤ। ਤੇ ਭੂਤ ਪ੍ਰੇਤ ਆਦਿਕ ਵੀ ਸਭ ਹਾਰ ਜਾਂਦੇ, ਦੂਰ ਹੋ ਜਾਂਦੇ ਹਨ। ਜਿਸ ਨੂੰ ਭੂਤਾਂ ਪ੍ਰੇਤਾਂ ਦਾ ਛਾਇਆ ਆਦਿਕ ਹੋਵੇ, ਉਸ ਦੀ ਵੀ ਨਿਵਰਤੀ ਹੋ ਜਾਂਦੀ ਹੈ, ਉਹ ਛਾਇਆ ਆਦਿਕ ਵੀ ਦੂਰ ਹੋ ਜਾਂਦਾ ਹੈ। ਕਿਸੇ ਪ੍ਰਕਾਰ ਦਾ ਵੀ ਕਿਸੇ ਵੱਲੋਂ ਕੀਤੇ ਹੋਏ ਜੰਤਰ ਮੰਤਰ ਤੰਤਰ ਦਾ ਟੂਣੇ ਟਾਮਣ ਦਾ ਵੀ ਉਸ ਦੇ ਉੱਪਰ ਅਸਰ ਨਹੀਂ ਰਹਿੰਦਾ। ਜਿਹੜਾ ਗੁਰੂ ਕੀ ਬਾਣੀ ਜਪਜੀ ਸਾਹਿਬ ਦਾ ਪਾਠ ਪੜ੍ਹ ਸੁਣ ਲਏ, ਇਸ ਆਗੇ ਅਟਕਤ ਕਿਛ ਨਾਹੀ। ਤੇ ਇਸ ਗੁਰੂ ਕੀ ਬਾਣੀ ਜਪਜੀ ਸਾਹਿਬ ਦੇ ਪਾਠ ਦੇ ਅੱਗੇ ਕਿਸੇ ਪ੍ਰਕਾਰ ਦਾ ਵੀ ਕੋਈ ਭਿਆਨਕ ਦੁੱਖ ਜੋ ਹੈ ਠਹਿਰਦਾ ਨਹੀਂ। ਅਤ ਬਲ ਤੀਨ ਲੋਕ ਕੇ ਮਾਹੀ। ਬਹੁਤਾ ਬਲ ਹੈ ਇਸ ਗੁਰੂ ਕੀ ਬਾਣੀ ਵਿੱਚ, ਤੇ ਇਹ ਜੋ ਬਲ ਪ੍ਰਤਾਪ ਹੈ ਗੁਰੂ ਕੀ ਬਾਣੀ ਦਾ, ਤਿੰਨਾਂ ਲੋਕਾਂ ਵਿੱਚ ਹੀ ਪ੍ਰਗਟ ਹੈ। ਦੁੱਖ ਕਾਟਤ ਅਰ ਇੱਛਾ ਪੂਰ ਹੈ। ਤੇ ਦੁੱਖਾਂ ਨੂੰ ਕੱਟਦਾ ਹੈ ਜਪਜੀ ਸਾਹਿਬ ਦਾ ਪਾਠ। ਤੇ ਜੇ ਕੋਈ ਆਪਣੀ ਇੱਛਾ ਪੂਰੀ ਕਰਾਉਣੀ ਚਾਹੁੰਦਾ ਹੈ, ਤਾਂ ਗੁਰੂ ਕੀ ਬਾਣੀ ਦੇ ਪਾਠ ਦੇ ਨਾਲ
ਇੱਛਾਵਾਂ ਦੀ ਵੀ ਪੂਰਤੀ ਹੁੰਦੀ ਹੈ। ਜਗ ਕੇ ਬਿਗਨ ਅਗਨ ਕਹੁ ਚੂਰ ਤੇ ਹੈ। ਜਿਹੜੇ ਜਗਤ ਦੇ ਅਨੇਕਾਂ ਅਣਗਿਣਤ ਹੀ ਅਗਨ ਜੋ ਅਣਗਿਣਤ ਵਿਘਨ ਹਨ, ਇਹਨਾਂ ਨੂੰ ਵੀ ਨਾਸ ਕਰ ਦਿੰਦਾ ਹੈ ਗੁਰੂ ਕੀ ਬਾਣੀ ਦਾ ਪਾਠ। ਅਬ ਕਲ ਯੁਗ ਕੇ ਸਮੇਂ ਮਝਾਰ। ਤੇ ਹੁਣ ਕਲਯੁਗ ਦੇ ਸਮੇਂ ਵਿੱਚ ਵੀ ਇਸ ਕੀ ਸਮ ਨਹਿ ਅਪਰ ਉਦਾਰ। ਇਸ ਗੁਰੂ ਕੀ ਬਾਣੀ ਦੇ ਪਾਠ ਦੇ ਬਰਾਬਰ ਹੋਰ ਕੋਈ ਵੱਡਾ ਉੱਤਮ ਯਤਨ ਨਹੀਂ ਹੈ। ਜਾਂ ਤੇ ਜਲ ਅਬ ਤੁਰਤ ਮੰਗਾਵੋ। ਇਸ ਲਈ ਹੁਣ ਛੇਤੀ ਸਾਡੇ ਪਾਸ ਜਲ ਮੰਗਾਉਣਾ ਕਰੋ। ਹਮ ਪਠ ਦੈ ਹੈ ਤਹਾਂ ਪੁਚਾਵੋ। ਅਸੀਂ ਉਸ ਜਲ ਦੇ ਉੱਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਜਲ ਦੇਵਾਂਗੇ ਤਾਂ ਉਹ ਜਲ ਤੁਸੀਂ ਆਪਣੀ ਬੇਗਮ ਦੇ ਪਾਸ ਪਹੁੰਚਾ ਦਿਓ। ਤਤ ਛਿਨ ਤਹਿ ਪ੍ਰਸੂਤ ਹੋਏ ਜਾਏ। ਤੇ ਜਿਸ ਵੇਲੇ ਇਹ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਕੀਤੇ ਵਾਲਾ ਜੋ ਜਲ ਹੈ ਤੁਹਾਡੀ ਬੇਗਮ ਛਕ ਲਵੇਗੀ ਤੇ ਛੇਤੀ ਹੀ ਉਸ ਦੀ ਕੁੱਖ ਤੋਂ ਬੱਚੇ ਦਾ ਜਨਮ ਹੋ ਜਾਏਗਾ। ਸੁਖ ਉਪਜੈ ਦੁਖ ਸਕਲ ਬਿਲਾਏ। ਤੇ ਉਸ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਤੇ ਸਭ ਦੁੱਖ ਉਸ ਦੇ ਦੂਰ ਹੋ ਜਾਣਗੇ। ਸੁਨਤ ਸ਼ਾਹ ਨੇ ਨੀਰ ਮੰਗਾਵਾ। ਇਸ ਤਰ੍ਹਾਂ ਜਪਜੀ ਸਾਹਿਬ ਦੇ ਪਾਠ ਦੀ ਮਹਿਮਾ ਬਾਬਾ ਰਾਮ ਰਾਏ ਜੀ ਦੇ ਮੁਖ ਤੋਂ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਪਾਸ ਜਲ ਮੰਗਵਾਇਆ ਹੈ। ਗੁਰ ਸੁਤ ਕੇ ਤਹਿ ਨਿਕਟ ਰਖਾਵਾ। ਗੁਰੂ ਕੇ ਸੁਪੁੱਤਰ ਬਾਬਾ ਰਾਮ ਰਾਏ ਜੀ ਦੇ ਕੋਲ ਉਹ ਜੋ ਜਲ ਮੰਗਵਾਇਆ ਰਖਾਇਆ ਹੈ। ਜਪ ਜੀ ਪਾਠ ਸੰਪੂਰਨ ਕੀਨ। ਬਾਬਾ ਰਾਮ ਰਾਏ ਜੀ ਨੇ ਬੜੇ ਹੀ ਪ੍ਰੇਮ ਸਹਿਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰੀ ਬਾਣੀ ਜਪਜੀ ਸਾਹਿਬ ਦਾ ਪਾਠ ਜਲ ਦੇ ਕੋਲ ਸੰਪੂਰਨ ਕੀਤਾ ਹੈ। ਪੁਨ ਜਲ ਅੰਤਰ ਕੋ ਪਠ ਦੀਨ। ਤੇ ਫਿਰ ਉਹ ਜਲ ਗੁਰਬਾਣੀ ਪੜ੍ਹੀ ਵਾਲਾ ਉਹ ਅੰਦਰ ਬਾਦਸ਼ਾਹ ਦੇ ਮਹਿਲਾਂ ਵਿੱਚ ਭੇਜ ਦਿੱਤਾ। ਬੇਗਮ ਕੇ ਮੁਖ ਮੈਂ ਜਬ ਪਾਇਓ। ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਦੀ ਬੇਗਮ ਦੇ ਮੁਖ ਵਿੱਚ ਉਹ ਗੁਰਬਾਣੀ ਪੜ੍ਹੀ ਵਾਲਾ ਅੰਮ੍ਰਿਤ ਜਲ ਪਾਇਆ ਹੈ ਤੁਰਤ ਪ੍ਰਸੂਤ ਭਇਓ ਸੁਤ ਆਇਓ। ਤੇ ਉਸੇ ਵਕਤ ਹੀ ਉਸ ਦੇ ਕੁੱਖ ਤੋਂ ਬੱਚੇ ਦਾ ਜਨਮ ਹੋਇਆ, ਜਿਸ ਕਰਕੇ ਪੁੱਤਰ ਦੀ ਪ੍ਰਾਪਤੀ ਹੋਈ। ਭਈ ਸ਼ਾਂਤ ਸਭ ਅੰਤ ਹੈ ਪੁਰ ਮੈਂ। ਤੇ ਸਾਰੇ ਮਹਿਲਾਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਪਰੇਸ਼ਾਨੀ ਸੀ, ਬੇਗਮਾਂ ਨੂੰ ਬਹੁਤਾ ਦੁੱਖ ਸੀ, ਉਥੇ ਸ਼ਾਂਤੀ ਹੀ ਵਰਤ ਗਈ, ਸ਼ਾਂਤੀ ਹੀ ਵਰਤ ਗਈ ਗੁਰੂ ਕੀ ਬਾਣੀ ਦੀ ਕਿਰਪਾ ਨਾਲ। ਬਜੀ ਵਧਾਈ ਨੌ ਰੰਗ ਘਰ ਮੈਂ। ਔਰੰਗਜ਼ੇਬ ਬਾਦਸ਼ਾਹ ਦੇ ਘਰ ਵਿੱਚ ਮਹਿਲਾਂ ਦੇ ਵਿੱਚ ਬਹੁਤ ਖੁਸ਼ੀਆਂ ਪ੍ਰਗਟ ਹੋ ਗਈਆਂ। ਰਾਖਿਓ ਨਾਮ ਬਹਾਦਰ ਸ਼ਾਹੂ। ਤੇ ਜਿਸ ਕਰਕੇ ਉਹ ਜਿਸ ਬੱਚੇ ਦਾ ਜਨਮ ਹੋਇਆ ਹੈ ਗੁਰੂ ਕੀ ਬਾਣੀ ਦੇ ਪਾਠ ਦੀ ਕਿਰਪਾ ਦੁਆਰਾ ਸੋ ਦੁੱਖਾਂ ਤੋਂ ਰਹਿਤ ਹੋ ਗਿਆ। ਉਸ ਬੱਚੇ ਦਾ ਨਾਮ ਬਹਾਦਰ ਸ਼ਾਹ ਰੱਖਿਆ ਗਿਆ। ਸਭ ਪ੍ਰਕਾਰ ਕੋ ਕਰਿਓ ਉਛਾਹੂ। ਇਹ ਸਭ ਤਰ੍ਹਾਂ ਕਰਕੇ ਜਿਸ ਦੇ ਜਨਮ ਹੋਣ ਤੇ ਬਹੁਤਾ ਹੀ ਉਤਸ਼ਾਹ ਪ੍ਰਗਟ ਕੀਤਾ ਗਿਆ। ਜਬ ਸਤਿਗੁਰ ਦਸਵੇਂ ਪਤਸ਼ਾਹੂ। ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਾਧ ਸੰਗਤ ਜੀ, ਜਿਸ ਵੇਲੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੋਏ ਹਨ, 300 ਮਿਲਿਓ ਰਹਿਓ ਕਰ ਚਾਹੂ। ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉਤਸ਼ਾਹ ਦੇ ਸਹਿਤ ਬਹਾਦਰ ਸ਼ਾਹ ਮਿਲਿਆ ਸੀ। ਜਪ ਜੀ ਪਠੇ ਜਨਮ ਜਿਸ ਹੋਏ। ਜਿਸ ਦਾ ਜਨਮ ਗੁਰੂ ਕੀ ਬਾਣੀ ਜਪਜੀ ਸਾਹਿਬ ਦੇ ਪਾਠ ਦੀ ਕਿਰਪਾ ਦੁਆਰਾ ਦੁੱਖਾਂ ਤੋਂ ਰਹਿਤ ਹੋ ਕੇ ਹੋਇਆ ਸੀ। ਜਾਂ ਤੇ ਮਿਲਿਓ ਸਾਥ ਗੁਰ ਸੋਏ। ਇਸੇ ਕਰਕੇ ਹੀ ਕਿਉਂਕਿ ਜਨਮ ਸਮੇਂ ਉਸ ਵਾਸਤੇ ਗੁਰੂ ਕੀ ਬਾਣੀ ਦਾ ਪਾਠ ਹੋਇਆ ਸੀ, ਜਿਸ ਕਿਰਪਾ ਬਖਸ਼ਿਸ਼ ਦੁਆਰਾ ਉਸ ਦਾ ਸੁਖਾਲਾ ਜਨਮ ਹੋਇਆ। ਇਸੇ ਕਾਰਨ ਕਰਕੇ ਹੀ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਪ੍ਰੀਤ ਕਰਨ ਵਾਲਾ ਹੋਇਆ ਬਹਾਦਰ ਸ਼ਾਹ। ਤਾਰਾ ਆਜ਼ਮ ਪੁੱਤਰ ਵਿਸਾਲ। ਔਰੰਗਜ਼ੇਬ ਦਾ ਜੋ ਵੱਡਾ ਪੁੱਤਰ ਤਾਰਾ ਆਜ਼ਮ ਹੋਇਆ ਹੈ, ਸੋ ਮਾਰਿਓ ਸਤਿਗੁਰ ਸਰਨਾਲ। ਉਹ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਤੀਰ ਦੇ ਨਾਲ ਮਰਿਆ ਸੀ ਤਾਰਾ ਆਜ਼ਮ। ਪਤਸ਼ਾਹਿਤ ਅਰ ਸਕਲ ਸਮਾਜਾ। ਇਹ ਪਾਤਸ਼ਾਹਤ ਔਰ ਜਿਤਨਾ ਵੀ ਸਾਜੋ ਸਮਾਨ ਹੈ, ਜਿੰਨਾ ਵੀ ਸਮਾਜ ਹੈ,
ਸਭ ਵਜ਼ੀਰ ਅਹਿਲਕਾਰ ਸਿਪਾਹੀ ਫੌਜਾਂ ਆਦਿਕ ਹਨ ਔਰੰਗਜ਼ੇਬ ਬਾਦਸ਼ਾਹ ਦੀਆਂ। ਇਸ ਕੋ ਬਖਸ਼ਿਓ ਗੁਰ ਮਹਾਰਾਜਾ। ਉਹ ਸਭ ਜਿੰਨੀਆਂ ਵੀ ਫੌਜਾਂ ਨੇ, ਜਿੰਨਾ ਵੀ ਪਾਤਸ਼ਾਹੀ ਸਮਾਜ ਹੈ, ਪਾਤਸ਼ਾਹਤ ਹੈ, ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਬਹਾਦਰ ਸ਼ਾਹ ਨਾਮੇ ਪੁੱਤਰ ਨੂੰ ਬਖਸ਼ ਦਿੱਤੀਆਂ। ਜਪ ਜੀ ਹੀ ਕਾਰਨ ਇਸ ਕੇਰ। ਤੇ ਇਸ ਦੀ ਪਾਤਸ਼ਾਹਤ ਪ੍ਰਾਪਤ ਕਰਨ ਦਾ ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪ੍ਰੇਮੀ ਹੋਣ ਦਾ ਕਾਰਨ ਇਸ ਦਾ ਜਪਜੀ ਸਾਹਿਬ ਦਾ ਪਾਠ ਹੀ ਸੀ। ਸ਼ਰਨ ਤਕੀ ਸਤਿਗੁਰ ਕੀ ਫੇਰ। ਇਸੇ ਕਰਕੇ ਹੀ ਬਹਾਦਰ ਸ਼ਾਹ ਨੇ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਤੱਕੀ ਸੀ। ਸੁਣੀ ਬਾਤ ਬੇਗਮ ਨੇ ਸਾਰੀ। ਇਹ ਗੱਲ ਜਦੋਂ ਔਰੰਗਜ਼ੇਬ ਦੀ ਬੇਗਮ ਨੇ ਸੁਣੀ, ਜਿਹੜੀ ਕਿ ਬਹੁਤ ਜ਼ਿਆਦਾ ਬੱਚੇ ਦੇ ਜਨਮ ਸਮੇਂ ਦੁਖੀ ਸੀ। ਬਹੁ ਧਨ ਪਠ ਕੇ ਬਿਨੈ ਉਚਾਰੀ। ਤੇ ਜਿਸ ਵੇਲੇ ਉਸ ਨੂੰ ਮਹਿਮਾ ਦਾ ਪਤਾ ਲੱਗਿਆ ਏ ਤਾਂ ਉਸ ਨੇ ਬਹੁਤਾ ਧਨ ਬਾਬਾ ਰਾਮ ਰਾਏ ਜੀ ਦੇ ਪਾਸ ਭੇਜਿਆ ਔਰ ਸ਼ੁਕਰਾਨੇ ਵਿੱਚ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ। ਸਤਿਗੁਰ ਸੁਤ ਕੋ ਮਾਨਤ ਰਹੀ। ਤੇ ਇਸ ਪ੍ਰਕਾਰ ਉਹ ਗੁਰੂ ਘਰ ਨੂੰ ਮੰਨਦੀ ਰਹੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਦੇ ਉੱਪਰ ਵੀ ਉਸਨੇ ਗੁਰੂ ਕਾ ਸੁਪੁੱਤਰ ਜਾਣ ਕੇ ਸ਼ਰਧਾ ਭਾਵਨਾ ਕੀਤੀ। ਮਹਿਮਾ ਅਧਿਕ ਸਭਨ ਤੇ ਲਹੀ। ਤੇ ਸਭ ਤੋਂ ਵੱਧ ਇਸ ਲਈ ਮਹਿਮਾ ਜੋ ਹੈ ਉਸਨੇ ਜਾਣ ਲਈ ਕਿ ਗੁਰੂ ਘਰ ਦੀ ਮਹਾਨ ਵਡਿਆਈ ਹੈ। ਸਭ ਤੋਂ ਵੱਡੀ ਵਡਿਆਈ, ਸਭ ਕਲਾਮਾਂ ਨਾਲੋਂ ਉੱਤਮ ਵਡਿਆਈ ਗੁਰੂ ਕੀ ਬਾਣੀ ਦੀ ਹੈ। ਕਿਤਕ ਦਿਵਸ ਇਮ ਬਹੁਰ ਬਿਤਾਏ। ਇਸ ਪ੍ਰਕਾਰ ਦਿੱਲੀ ਸ਼ਹਿਰ ਦੇ ਵਿੱਚ ਬਾਬਾ ਰਾਮ ਰਾਏ ਜੀ ਨੇ ਰਹਿੰਦਿਆਂ ਹੋਇਆ ਹੋਰ ਵੀ ਕਈ ਦਿਨ ਬਤੀਤ ਕੀਤੇ ਹਨ। ਇੱਕ ਦਿਨ ਸਭਾ ਵਿਖੇ ਚੱਲ ਆਏ। ਇੱਕ ਦਿਨ ਬਾਦਸ਼ਾਹ ਔਰੰਗਜ਼ੇਬ ਦੀ ਸਭਾ ਦੇ ਵਿੱਚ ਬਾਬਾ ਰਾਮ ਰਾਏ ਜੀ ਚੱਲ ਕੇ ਪਹੁੰਚੇ। ਨੌਰੰਗ ਸ਼ਾਹ ਹਰਖ ਉਰ ਹੋਵਾ। ਔਰੰਗਜ਼ੇਬ ਜੋ ਬਾਦਸ਼ਾਹ ਹੈ ਆਪਣੇ ਮਨ ਵਿੱਚ ਬਹੁਤ ਖੁਸ਼ ਹੋਇਆ। ਮੱਲਿਅਨ ਕੀ ਕੁਸ਼ਤੀ ਕਹੋ ਜੋਵਾ। ਤੇ ਇਸ ਨੇ ਆਖਿਆ ਕਿ ਮੈਂ ਮੱਲਾਂ ਪਹਿਲਵਾਨਾਂ ਦੀ ਕੁਸ਼ਤੀ ਵੇਖਣੀ ਚਾਹੁੰਦਾ ਹਾਂ। ਉਜਬਕ ਕਿਸੂ ਬਲਾਇਤ ਕੇਰਾ। ਤੇ ਕਿਸੇ ਵਲਾਇਤ ਦੇਸ਼ ਦੇ ਵਿੱਚ ਰਹਿਣ ਵਾਲਾ ਉਜਬਕ ਜੋ ਮੁਸਲਮਾਨਾਂ ਦੀ ਇੱਕ ਕੌਮੀ ਜਾਤ ਕਹੀ ਜਾਂਦੀ ਹੈ, ਉਹਨਾਂ ਵਿੱਚੋਂ ਉਸ ਜਾਤ ਦੇ ਜੋ ਉਜਬਕ ਕਹੇ ਜਾਂਦੇ ਹਨ, ਐਸਾ ਜਿਹੜਾ ਉਜਬਕ ਹੈ ਉਹ ਬਾਦਸ਼ਾਹ ਦੇ ਪਾਸ ਪਹਿਲਵਾਨ ਰਹਿੰਦਾ ਸੀ। ਖਾਏ ਬਹੁਤ ਅਰ ਓਜ ਕਨੇਰਾ। ਬਹੁਤਾ ਜ਼ਿਆਦਾ ਉਹ ਭੋਜਨ ਆਦਿਕ ਛਕਦਾ ਸੀ, ਜਿਸ ਕਰਕੇ ਉਹਨੂੰ ਸਰੀਰ ਦੇ ਵਿੱਚ ਬਹੁਤਾ ਬਲ ਮਿਲਿਆ। ਨਹਿਮਤ ਕਛ ਕਰ ਵਿਵਹਾਰੂ। ਤੇ ਹੋਰ ਕੋਈ ਕੰਮਕਾਰ ਵਿਹਾਰ ਕਰਨ ਵਿੱਚ ਜਿਸ ਦੀ ਮਤ ਬੁੱਧ ਜ਼ਿਆਦਾ ਸਿਆਣੀ ਨਹੀਂ ਸੀ। ਰਹਿ ਸੁਪਤ ਬਹੁ ਪਾਏ ਆਹਾਰੂ। ਤੇ ਇਸ ਤਰ੍ਹਾਂ ਦਾ ਉਸ ਦਾ ਸੁਭਾਅ ਸੀ ਕਿ ਬਹੁਤਾ ਸਮਾਂ ਪ੍ਰਸ਼ਾਦਾ ਪਾਣੀ ਛਕ ਕੇ ਉਹ ਸੁੱਤਾ ਹੀ ਰਹਿੰਦਾ। ਜਬ ਕੁਸ਼ਤੀ ਕਰਨੀ ਕਹਿ ਸਾਥ। ਤੇ ਜਿਸ ਵੇਲੇ ਕਿਸੇ ਦੇ ਨਾਲ ਕੁਸ਼ਤੀ ਕਰਨ ਵਾਸਤੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਸੱਦਿਆ ਜਾਂਦਾ। ਨਿਕਟ ਹਕਾਰ ਹੈ ਦਿੱਲੀ ਨਾਥ। ਦਿੱਲੀ ਦਾ ਜੋ ਬਾਦਸ਼ਾਹ ਔਰੰਗਜ਼ੇਬ ਆਪਣੇ ਕੋਲ ਸੱਦਦਾ। ਤਿਸ ਕੋ ਦੇਖਤ ਬਾਕ ਬਖਾਨਾ। ਉਸ ਉਜਬਕ ਨੂੰ, ਬਹੁਤੇ ਤਗੜੇ ਕਦਾਵਰ ਵੱਡੇ ਭਾਰੀ ਸਰੀਰ ਵਾਲੇ ਨੂੰ, ਬਲਵਾਨ ਨੂੰ ਆਪਣੇ ਪਾਸ ਸੱਦ ਕੇ ਕਹਿੰਦਾ, ਸੁਨਹੁ ਗੁਰੂ ਸੁਤ ਇਹ ਬਲਵਾਨਾ। ਉਸ ਨੂੰ ਦੱਸਦਾ ਹੈ ਕਿ ਜੋ ਇਸ ਪ੍ਰਕਾਰ ਜਿਸ ਦੇ ਨਾਲ ਘੁਲਣ ਵਾਸਤੇ ਕਹਿੰਦਾ ਉਸੇ ਦੇ ਨਾਲ ਹੀ ਉਸ ਦੀ ਕੁਸ਼ਤੀ ਕਰਾਉਂਦਾ। ਤੇ ਇਸ ਉਜਬਕ ਨੂੰ ਆਪਣੇ ਪਾਸ ਔਰੰਗਜ਼ੇਬ ਨੇ ਸੱਦਿਆ ਹੋਇਆ। ਔਰੰਗਜ਼ੇਬ ਬਾਦਸ਼ਾਹ ਨੇ ਇੱਕ ਦਿਨ ਜਦੋਂ ਬਾਬਾ ਰਾਮ ਰਾਏ ਜੀ ਕੋਲ ਬੈਠੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਹੈ, ਨਹਨ ਬਲਾਇਤ ਇਸ ਮਹਿ ਐਸੋ। ਕਿ ਆ ਜੋ ਪਹਿਲਵਾਨ ਹੈ, ਬਹੁਤ ਤਗੜੇ ਸਰੀਰ ਵਾਲਾ ਉਜਬਕ ਹੈ, ਇਸ ਜਿਹਾ ਹੋਰ ਕਿਸੇ ਦੇਸ਼ ਵਿੱਚ ਵੀ ਤਗੜਾ ਕੋਈ ਜੋਰਾਵਰ ਪਹਿਲਵਾਨ ਨਹੀਂ ਹੈ। ਕਰਹਿ ਜੁਧ ਕੁਸ਼ਤੀ ਕਹੋ ਜੈਸੋ। ਤੇ ਜਿਸ ਤਰ੍ਹਾਂ ਦਾ ਇਹ ਘੋਲ ਕਰਦਾ ਹੈ, ਕੁਸ਼ਤੀ ਜਿਸ ਤਰ੍ਹਾਂ ਦੀ ਕਰਕੇ ਦਿਖਾਉਂਦਾ ਹੈ, ਇਸ ਜਿਹਾ ਬਲ ਹੋਰ ਕਿਸੇ ਵਿੱਚ ਨਹੀਂ। ਇਸ ਕੇ ਆਗੇ ਅਰਹਿ ਨ ਕੋਈ। ਤੇ ਇਸ ਦੇ ਅੱਗੇ ਕੋਈ ਵੀ ਅੜ ਕੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਇਸ ਤੋਂ। ਦੇਖਤ ਹੀ ਤਰਾਸ ਉਰ ਹੋਈ। ਤੇ ਇੰਨਾ ਇਹ ਤਗੜਾ ਹੈ
ਇਸ ਦਾ ਤਾਂ ਸਰੀਰ ਵੇਖ ਕੇ ਹੀ ਜਿਹੜੇ ਘੁਲਣ ਦੀ ਇੱਛਾ ਕਰਦੇ ਆ ਕਈ ਡਰ ਜਾਂਦੇ ਹਨ। ਅਸ ਨਰ ਤਨ ਦੀਰਘ ਬਲਵਾਨਾ, ਤੇ ਇਹੋ ਜਿਹਾ ਬਹੁਤ ਤਗੜੇ ਸਰੀਰ ਵਾਲਾ, ਬਹੁਤ ਭਾਰੀ ਬਲ ਵਾਲਾ ਜਿਹੜਾ ਕੋਈ ਹੋਵੇ। ਤੁਮਨੇ ਵੀ ਦੇਖਿਓ ਕਿਸ ਥਾਨਾ, ਗੁਰੂ ਕੇ ਸੁਪੁੱਤਰ ਜੀ, ਤੁਸਾਂ ਕਿਤੇ ਇਸ ਜਿਹਾ ਵੇਖਿਆ ਕੋਈ ਤਾਂ ਦੱਸੋ। ਸੁਨ ਸ਼੍ਰੀ ਰਾਮ ਰਾਏ ਬਚ ਭਾਖਾ, ਔਰੰਗਜ਼ੇਬ ਬਾਦਸ਼ਾਹ ਕੋਲੋਂ ਸੁਣ ਕੇ ਬਾਬਾ ਰਾਮ ਰਾਏ ਜੀ ਬਚਨ ਕਰਦੇ ਹਨ ਹਮਨੇ ਇੱਕ ਚਮਾਰ ਅਸ ਰਾਖਾ, ਕਿ ਇਸ ਨਾਲ ਕੁਸ਼ਤੀ ਬਾਦਸ਼ਾਹ ਕਰਾਉਣੀ ਹੈ। ਇਸ ਨਾਲ ਘੁਲਣ ਵਾਸਤੇ ਤਾਂ ਸਾਡਾ ਇੱਕ ਸੇਵਕ ਹੈ ਜੋ ਚਮਿਆਰ ਜਾਤੀ ਵਾਲਾ ਭਾਵੇਂ ਕਿਹਾ ਜਾਂਦਾ ਹੈ, ਕੁਸ਼ਤੀ ਕਰਤ ਨ ਤਿਆਗੈ ਕਾਹੂ, ਤੇ ਉਹ ਕੁਸ਼ਤੀ ਕਰਦਾ ਹੈ। ਜਿਸ ਨਾਲ ਵੀ ਘੁਲਣ ਵਾਸਤੇ ਉਸ ਨੂੰ ਕਹਾਂਗੇ ਘੁਲੇਗਾ ਤਾਂ ਫਿਰ ਉਹ ਉਸ ਨੂੰ ਛੱਡੇਗਾ ਨਹੀਂ, ਜਿਸ ਨਾਲ ਉਸ ਦਾ ਘੋਲ ਕਰਾਇਆ ਜਾਏਗਾ। ਤਲੈ ਗਿਰਾਵੈ ਬਹੁ ਬਲ ਜਾਹੂ, ਤੇ ਉਸ ਦੇ ਵਿੱਚ ਬਲ ਬਹੁਤ ਹੈ। ਉਹ ਭਾਵੇਂ ਕੋਈ ਬਹੁਤਾ ਤਗੜਾ ਕਿਹਾ ਜਾਣ ਵਾਲਾ ਹੋਵੇ ਨਾ ਪਹਿਲਵਾਨ, ਉਸ ਨੂੰ ਵੀ ਹੇਠਾਂ ਸੁੱਟ ਲੈਂਦਾ, ਦਬਾ ਲੈਂਦਾ ਹੈ। ਸੁਨ ਨੋ ਰੰਗ ਨਹਿ ਮਾਨਹਿ ਬਾਤੀ, ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਦੇ ਮੁਖ ਤੋਂ ਬਚਨ ਸੁਣ ਕੇ ਔਰੰਗਜ਼ੇਬ ਇਹ ਗੱਲ ਮੰਨਦਾ ਨਹੀਂ। ਇਸ ਕੇ ਸਮ ਕਿਮ ਹੋਏ ਬਖਿਆਤੀ, ਅੱਗੋਂ ਕਹਿੰਦਾ ਹੈ ਕਿ ਇਸ ਜਿਹਾ ਤਗੜਾ ਹੋਰ ਕਿਵੇਂ ਕੋਈ ਹੋ ਸਕੇਗਾ। ਦੇਖਤ ਦੇਹ ਪਲਾਵੈ ਸੋਏ, ਤੇ ਤੁਸੀਂ ਗੁਰੂ ਕੇ ਸੁਪੁੱਤਰ ਜੀ ਕਹਿੰਦੇ ਹੋ ਕਿ ਸਾਡੇ ਕੋਲ ਤਾਂ ਇੱਕ ਬੜਾ ਹੀ ਤਗੜਾ ਜੋਰਾਵਰ ਹੈ। ਉਹ ਭਾਵੇਂ ਤੁਹਾਡਾ ਤਗੜਾ ਪਹਿਲਵਾਨ ਉਸ ਨਾਲ ਘੁਲਣ ਵਾਸਤੇ ਹੈ, ਪਰ ਮੈਂ ਸਮਝਦਾ ਹਾਂ ਕਿ ਉਹ ਤਾਂ ਇਸ ਤਗੜੇ ਪਹਿਲਵਾਨ ਦਾ ਸਰੀਰ ਵੇਖ ਕੇ ਹੀ ਭੱਜ ਜਾਏਗਾ। ਸਨਮੁਖ ਭਏ ਸਤੀਰ ਨ ਹੋਏ, ਤੇ ਉਹ ਸਾਹਮਣੇ ਹੋ ਕੇ ਧੀਰਜ ਦੇ ਸਹਿਤ ਨਹੀਂ ਰਹੇਗਾ, ਉਸ ਦਾ ਹੌਸਲਾ ਨਹੀਂ ਰਹੇਗਾ। ਇਮਨੋ ਰੰਗ ਨੇ ਜਬ ਹੀ ਕਹਿਓ, ਤੇ ਇਸ ਤਰ੍ਹਾਂ ਔਰੰਗਜ਼ੇਬ ਨੇ ਜਿਸ ਵੇਲੇ ਕਿਹਾ ਹੈ, ਗੁਰ ਸੁਤ ਨੇ ਨਿਜ ਨਰ ਦਿਸ਼ ਚਹਿਓ, ਗੁਰੂ ਕੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੇ ਆਪਣੇ ਇੱਕ ਸੇਵਕ ਨੂੰ ਕਿਹਾ ਹੈ, ਸੇਵਕ ਨੂੰ ਸਮਝਾਇਆ ਕਿ ਜਾਓ ਉਸ ਸੇਵਕ ਨੂੰ ਜਾ ਕੇ ਲੈ ਕੇ ਆਓ। ਕਰਿਓ ਹਕਾਰਨ ਤਤ ਛਿਨ ਆਵਾ, ਇਸ ਤਰ੍ਹਾਂ ਜਦੋਂ ਆਪਣਾ ਸੇਵਕ ਭੇਜਿਆ ਹੈ ਤੇ ਛੇਤੀ ਹੀ ਉਸ ਜਿਸ ਬਾਬਤ ਕਿਹਾ ਹੈ ਕਿ ਉਸ ਨੂੰ ਘਲਾਉਂਦੇ ਹਾਂ ਤੇਰੇ ਪਹਿਲਵਾਨ ਦੇ ਨਾਲ, ਉਸ ਨੂੰ ਸੱਦ ਲਿਆਂਦਾ। ਤਿਸੈ ਬਿਲੋਕ ਸ਼ਾਹੋ ਬਿਕਸਾਵਾ, ਤੇ ਜਦੋਂ ਉਸ ਚਮਿਆਰ ਬਰਾਦਰੀ ਦੇ ਵਿੱਚੋਂ ਜਿਹੜਾ ਸੇਵਕ ਬਣਿਆ ਹੋਇਆ ਹੈ ਗੁਰੂ ਘਰ ਦਾ, ਉਹ ਪਾਸ ਪਹੁੰਚਿਆ ਹੈ ਤੇ ਸਰੀਰਕ ਪੱਖੋਂ ਬਹੁਤਾ ਤਗੜਾ ਨਹੀਂ ਵੇਖਣ ਨੂੰ ਲੱਗਦਾ। ਤੇ ਵੇਖ ਕੇ ਔਰੰਗਜ਼ੇਬ ਬਾਦਸ਼ਾਹ ਬੜਾ ਹੀ ਮੁਸਕਰਾਉਣ ਲੱਗਾ। ਉਸ ਬਕ ਕਹਾਂ ਸੋ ਕਹਾਂ ਚਮਾਰ, ਤੇ ਵੇਖ ਕੇ ਹੱਸਦਾ, ਅੱਗੋਂ ਮਖੌਲ ਕਰਦਾ, ਕਹਿੰਦਾ ਉਜਬਕ ਸਾਡਾ ਜਿਹੜਾ ਪਹਿਲਵਾਨ ਹੈ ਬੜਾ ਤਗੜਾ ਹੈ, ਤੇ ਕਿੱਥੇ ਆ ਜਿਹੜਾ ਤੁਹਾਡਾ ਲਿਆਂਦਾ ਹੋਇਆ ਚਮਿਆਰ ਹੈ, ਇਹਨੂੰ ਤੁਸੀਂ ਲਿਆਂਦਾ ਹੈ ਸਾਡੇ ਪਹਿਲਵਾਨ ਦੇ ਨਾਲ ਘੁਲਣ ਵਾਸਤੇ। ਪੀਸ ਹੈ ਅੰਗ ਦਾਬ ਦੇ ਮਾਰ, ਤੇ ਇਸ ਦੇ ਤਾਂ ਸਾਡਾ ਜਿਹੜਾ ਇਹ ਉਜਬਕ ਪਹਿਲਵਾਨ ਹੈ ਨਾ ਬਹੁਤ ਤਗੜਾ ਹੈ, ਇਹ ਤਾਂ ਇਸ ਦੇ ਸਰੀਰ ਨੂੰ ਰਗੜ ਦੇਵੇਗਾ, ਦਬਾ ਕੇ ਇਸ ਨੂੰ ਮਾਰ ਹੀ ਦੇਗਾ। ਕਿਉਂ ਇਸ ਕੇ ਤੁਮ ਪ੍ਰਾਨ ਗਵਾਵੋ, ਤੇ ਕਿਉਂ ਇਸ ਦੇ ਤੁਸੀਂ ਪ੍ਰਾਣ ਜਿਹੜੇ ਹੈ ਗਵਾਉਣੇ ਚਾਹੁੰਦੇ ਹੋ। ਅਦਕ ਬਲੀ ਕੇ ਸੰਗ ਪਿਰਾਵੋ, ਤੇ ਬਹੁਤੇ ਬਲ ਵਾਲੇ ਦੇ ਨਾਲ ਤੁਸੀਂ ਇਸ ਨੂੰ ਘੁਲਾਉਣਾ ਚਾਹੁੰਦੇ ਹੋ, ਇਸ ਦਾ ਭੇੜ ਕਰਾਉਣਾ ਚਾਹੁੰਦੇ ਹੋ। ਮੱਲੇ ਦੇਸ਼ ਪਰਦੇਸ਼ਨ ਕੇਰੇ, ਤੇ ਜਿਹੜੇ ਦੇਸ਼ ਪ੍ਰਦੇਸ਼ਾਂ ਦੇ ਜਿੰਨੇ ਵੀ ਪਹਿਲਵਾਨ ਕਹੇ ਜਾਂਦੇ ਹਨ, ਕਿਤਕ ਦਰੇ ਕੇਤਕ ਹੱਥ ਗੇਰੇ, ਤੇ ਕਿੰਨੇ ਹੀ ਇਸ ਨੇ ਦਰੜ ਸੁੱਟੇ ਆ, ਮਲ ਸੁੱਟੇ ਹਨ ਤੇ ਕਈ ਮਾਰ ਸੁੱਟੇ ਹਨ। ਇਹਨਾਂ ਇਹ ਤਗੜਾ ਇਹ ਉਜਬਕ ਪਹਿਲਵਾਨ ਹੈ। ਇਹ ਸਭ ਦੇਸ਼ਨ ਵਿਦਤ ਵਿਸਾਲ, ਤੇ ਇਸ ਦੀ ਜੋ ਸਰੀਰ ਦੀ ਤਾਕਤ ਹੈ ਨਾ, ਇਸ ਦੇ ਸਰੀਰ ਦੀ, ਇਹ ਸਾਰੇ ਦੇਸ਼ਾਂ ਵਿੱਚ ਬਹੁਤ ਪ੍ਰਗਟ ਹੈ। ਕੌਣ ਅਰਹਿ ਨਰ ਇਸ ਕੇ ਨਾਲ, ਤੇ ਮੈਂ ਸਮਝਦਾ ਹਾਂ ਕਿ ਇਸ ਨਾਲ ਕਿਹੜਾ ਹੈ ਕੋਈ ਮਨੁੱਖ ਜਿਹੜਾ ਕੁਸ਼ਤੀ ਕਰ ਸਕੇ। ਸੁਨ ਸ਼੍ਰੀ ਰਾਮ ਰਾਏ ਬਚ ਕਹੇ, ਔਰੰਗਜ਼ੇਬ ਦੇ ਕੋਲੋਂ ਸੁਣ ਕੇ ਬਾਬਾ ਰਾਮ ਰਾਏ ਜੀ ਬਚਨ ਕਹਿਣ ਲੱਗੇ, ਦੋਨੋਂ ਅਬ ਹਾਜ਼ਰ ਸਤ ਅਹੇ, ਤੇ ਸੱਚ ਕਰਕੇ ਜਾਣ ਬਾਦਸ਼ਾਹ, ਦੋਵੇਂ ਹੁਣ ਹਾਜ਼ਰ ਹੀ ਹਨ। ਤੇਰਾ ਪਹਿਲਵਾਨ ਵੀ ਇੱਥੇ ਮੌਜੂਦ ਹੈ, ਤੇ ਅਸੀਂ ਜਿਹੜਾ ਤੇਰੇ ਪਹਿਲਵਾਨ ਨਾਲ ਘੁਲਣ ਵਾਸਤੇ ਸਦਾਇਆ ਹੈ, ਇੱਥੇ ਬੁਲਵਾਇਆ ਹੈ,
ਉਹ ਵੀ ਕੋਲ ਹਾਜ਼ਰ ਹੋ ਗਿਆ ਹੈ। ਦੇਖ ਲੇਹੋ ਪਤੀ ਆਵਨ ਕਰਹੂ। ਤੇ ਵੇਖ ਲੈ, ਇਹਨਾਂ ਦੀ ਕੁਸ਼ਤੀ ਕਰਾ ਕੇ ਵੇਖੇਗਾ, ਫਿਰ ਹੀ ਤੇਰਾ ਮਨ ਭਤੀਜੇਗਾ, ਫਿਰ ਹੀ ਸਾਡੇ ਵਚਨ ਤੇ ਤੈਨੂੰ ਯਕੀਨ ਆਵੇਗਾ। ਪੂਰਬ ਕਹਾਂ ਭਰੋਸਾ ਧਰਹੂ। ਤੇ ਪਹਿਲਾਂ ਕਿਵੇਂ ਤੂੰ ਭਰੋਸਾ ਕਰ ਸਕਦਾ ਹੈ ਕੇਵਲ ਇਸ ਦਾ ਮਾੜੂਆ ਜਿਹਾ ਸਰੀਰ ਵੇਖ ਕੇ ਹੀ? ਸਭਨ ਦੇਖਤੇ ਕੁਸ਼ਤੀ ਕਰੈ। ਤੇ ਸਭਨਾਂ ਦੇ ਵੇਖਦਿਆਂ ਹੋਇਆਂ ਜਦੋਂ ਇਹ ਕੁਸ਼ਤੀ ਕਰਨਗੇ, ਕੋ ਉਪਰ ਕੋ ਹੋਵਹਿ ਤਰੈ। ਤੇ ਕਿਹੜਾ ਉੱਪਰ ਹੋਵੇਗਾ, ਕਿਹੜਾ ਹੇਠਾਂ ਹੋਵੇਗਾ, ਕਿਹੜਾ ਜਿੱਤੇਗਾ ਤੇ ਕਿਹੜਾ ਹਾਰੇਗਾ। ਜੇਕਰ ਮਿਲ ਮੁਕਾਬਲੇ ਦੋਏ। ਤੇ ਜੇਕਰ ਇਹ ਮਿਲ ਕੇ ਮੁਕਾਬਲਾ ਕਰਨਗੇ, ਜਦੋਂ ਹੁਣ ਇਹ ਕੁਸ਼ਤੀ ਦਿਖਾਉਣਗੇ, ਫਿਰ ਹੀ ਤੈਨੂੰ ਪਤਾ ਲੱਗੇਗਾ। ਕਹਿਬੋ ਸੁਨਬੋ ਕਿਆ ਤਿਨ ਤੇ ਹੋਏ। ਕੇਵਲ ਜੇਕਰ ਤੁਸੀਂ ਆਪਣੇ ਸੂਰਮੇ ਦਾ, ਆਪਣੇ ਪਹਿਲਵਾਨ ਦਾ ਬਲ ਹੀ ਕਹੀ ਜਾਂਦੇ ਹੋ, ਜਾਂ ਅਸੀਂ ਜੋ ਆਪਣਾ ਸੇਵਕ ਹੈ ਉਸ ਦਾ ਜ਼ੋਰ ਜੇ ਦੱਸੀ ਜਾਂਦੇ ਹਾਂ, ਕੇਵਲ ਕਹਿਣ ਸੁਣਨ ਦੇ ਨਾਲ ਕਿਸੇ ਨੂੰ ਕਿਵੇਂ ਯਕੀਨ ਆ ਸਕੇਗਾ। ਉਜ਼ਬਕ ਕੋ ਨਿਜ ਹੁਕਮ ਕਰੀਜੈ। ਤੇ ਇਸ ਲਈ ਜਿਹੜਾ ਤੁਹਾਡਾ ਉਜਬਕ ਹੈ ਬਹੁਤ ਹੀ ਤਗੜਾ ਹੈ, ਸੂਰਮਾ ਹੈ, ਪਹਿਲਵਾਨ ਹੈ, ਉਸ ਨੂੰ ਤੁਸੀਂ ਹੁਕਮ ਕਰਦੇ ਹੋ। ਕੁਸ਼ਤੀ ਰਚੈ ਹੇਰ ਅਬ ਲੀਜੈ। ਤੇ ਇਹ ਕੁਸ਼ਤੀ ਕਰਨ ਲੱਗ ਪੈਣਾ, ਤੁਸੀਂ ਆਪ ਹੀ ਇਹਨਾਂ ਦੋਹਾਂ ਦਾ ਬਲ ਵੇਖ ਲਵੋਗੇ। ਆਇਸ ਜਬਹਿ ਸ਼ਾਹੋ ਨੇ ਦੀਨ। ਤੇ ਇਸ ਤਰ੍ਹਾਂ ਬਾਬਾ ਰਾਮ ਰਾਜ ਜੀ ਦੇ ਮੁਖ ਤੋਂ ਵਚਨ ਸੁਣ ਕੇ ਔਰੰਗਜ਼ੇਬ ਨੇ ਜਦੋਂ ਆਪਣੇ ਪਹਿਲਵਾਨ ਨੂੰ ਆਗਿਆ ਕੀਤੀ ਹੈ ਘੁਲਣ ਵਾਸਤੇ, ਦੋਹੇ ਦੇਸ਼ ਦੰਡ ਬਜਾਵਨ ਕੀਨ। ਤਾਂ ਦੋਹਾਂ ਤਰਫਾਂ ਤੋਂ ਇਹ ਜੋ ਦੋਵੇਂ ਪਹਿਲਵਾਨ ਹਨ ਆਪਣੀਆਂ ਬਾਹਾਂ ਦੇ ਉੱਪਰ ਹੱਥ ਮਾਰਨ ਲੱਗ ਪਏ ਹੈ, ਆਪਣੇ ਡੌਲਿਆਂ ਨੂੰ ਖੜਕਾਉਣ ਲੱਗ ਪਏ। ਮਹਾਕੁਰੂਪ ਓਜ ਮਹਿ ਭਰੇ। ਤੇ ਇਹ ਬੜੇ ਹੀ ਬਲ ਦੇ ਸਹਿਤ ਜਾਣੋ ਕਿ ਭਰੇ ਹੋਏ ਹਨ, ਤੇ ਇਹਨਾਂ ਦੇ ਚਿਹਰੇ ਬੜੇ ਹੀ ਇੱਕ ਦੂਸਰੇ ਵਾਸਤੇ ਬਹੁਤ ਗੁੱਸੇ ਨਾਲ ਭਿਆਨਕ ਦਿਸਣ ਲੱਗ ਪਏ। ਮਿਲੇ ਪਰਸਪਰ ਕੁਸ਼ਤੀ ਕਰੇ। ਤੇ ਆਪਸ ਵਿੱਚ ਮਿਲ ਕੇ ਇਹ ਘੋਲ ਕਰਨ ਲੱਗੇ ਹਨ। ਆਪਸ ਮਹਿ ਕਹਿ ਬਹੁ ਦਾਵ। ਤੇ ਆਪਸ ਵਿੱਚ ਬਹੁਤੇ ਹੀ ਦਾਵ ਸਮਝ ਕਰਕੇ ਆਪਣੇ ਦਾਵ ਲਗਾਉਂਦੇ ਹਨ, ਤੇ ਦੱਸਦੇ ਹਨ ਕਿ ਇਸ ਪ੍ਰਕਾਰ ਹੁਣ ਦਾਵ ਲਗਾ ਕੇ ਇੱਕ ਦੂਸਰੇ ਨੂੰ ਕਹਿੰਦੇ ਨੇ ਕਿ ਮੈਂ ਤੈਨੂੰ ਢਾ ਲਵਾਂਗਾ। ਪਿਰਹਿ ਦਿਖਾਵਹਿ ਰਚਹਿ ਉਪਾਵ। ਇਸ ਤਰ੍ਹਾਂ ਇਹ ਭਿੜਦੇ ਘੁਲਦੇ ਹਨ ਤੇ ਅਨੇਕ ਤਰ੍ਹਾਂ ਦੇ ਦਾਅ ਲਗਾ ਕੇ ਦਿਖਾਉਂਦੇ ਹਨ ਵੇਖਣ ਵਾਲਿਆਂ ਨੂੰ। ਅੰਗਨ ਪਰ ਅੰਗਨ ਕੋ ਮਾਰਹਿ। ਤੇ ਆਪਣੇ ਸਰੀਰਾਂ ਦੇ ਨਾਲ ਇੱਕ ਦੂਸਰੇ ਸਰੀਰ ਦੇ ਉੱਪਰ ਆਪਣਾ ਜ਼ੋਰ ਲਗਾਉਂਦੇ ਹਨ। ਪਰ ਕੌਰੀ ਪਾਏ ਪਸਾਰਹਿ। ਤੇ ਜੱਫੇ ਭਰ ਕੇ ਇੱਕ ਦੂਸਰੇ ਨੂੰ ਸੁੱਟਣ ਦਾ ਯਤਨ ਕਰਦੇ, ਆਪਣੇ ਪੈਰਾਂ ਨੂੰ ਇੱਧਰ ਉੱਧਰ ਕਰਦੇ ਹੋਏ ਸੁੱਟਣ ਦੀਆਂ ਕੋਸ਼ਿਸ਼ਾਂ ਕਰਦੇ ਹਨ ਇੱਕ ਦੂਜੇ ਨੂੰ। ਕੁਸ਼ਤੀ ਬਹੁਤ ਕਾਲ ਦਿਖਲਾਈ। ਤੇ ਬਹੁਤ ਸਮਾਂ ਇਹਨਾਂ ਨੇ ਕੁਸ਼ਤੀ ਕਰਕੇ ਵਿਖਾਈ ਹੈ ਲੋਕਾਂ ਨੂੰ। ਪੁਨ ਉਜ਼ਬਕ ਕੋ ਦੀਨ ਗਿਰਾਈ। ਤੇ ਇਸ ਪ੍ਰਕਾਰ ਬਹੁਤਾ ਸਮਾਂ ਘੁਲਦਿਆ ਹੋਇਆ ਜੋ ਬਾਬਾ ਰਾਮ ਰਾਜ ਜੀ ਦਾ ਸੇਵਕ ਹੈ, ਚਮਾਰ ਕਿਹਾ ਜਾਂਦਾ ਹੈ, ਤੇ ਉਸ ਨੇ ਔਰੰਗਜ਼ੇਬ ਬਾਦਸ਼ਾਹ ਦੇ ਪਹਿਲਵਾਨ ਉਜਬਕ ਨੂੰ ਢਾਹ ਲਿਆ। ਤਰੇਦਾਰ ਪੀਸੇ ਤਿਸ ਅੰਗ। ਤੇ ਉਸ ਨੂੰ ਹੇਠਾਂ ਸੁੱਟ ਲਿਆ ਏ, ਤੇ ਫਿਰ ਉਸ ਦੇ ਸਰੀਰ ਨੂੰ ਹੇਠਾਂ ਦਬਾ ਕੇ ਰਗੜਿਆ ਹੈ। ਵਿਆਕੁਲ ਕਰਿਓ ਬਹੁਤ ਬਲ ਭੰਗ। ਤੇ ਜਿਸ ਨੂੰ ਔਰੰਗਜ਼ੇਬ ਕਹਿੰਦਾ ਸੀ ਜਿਸ ਬਾਰੇ ਕਿ ਬਹੁਤ ਹੀ ਤਗੜਾ ਇਸ ਜਿਹਾ ਹੋਰ ਕੋਈ ਨਹੀਂ ਦਿਸਦਾ ਪਹਿਲਵਾਨ, ਤੇ ਉਸ ਨੂੰ ਹੇਠਾਂ ਦਬਾ ਕੇ ਇੰਨਾ ਦਬਾਇਆ ਜ਼ੋਰ ਦੇ ਨਾਲ ਕਿ ਉਸ ਨੂੰ ਦੁਖੀ ਹੀ ਕਰ ਦਿੱਤਾ, ਬਹੁਤਾ ਵਿਆਕੁਲ ਕਰਤਾ ਹੈ। ਸ਼ਾਹ ਮਲ ਕਹੋ ਤਰੇ ਗਿਰਾਵਾ। ਜਾਣੋ ਇਵੇਂ ਬਲ ਉਹਦਾ ਨਾਸ ਕਰ ਦਿੱਤਾ ਹੈ। ਔਰੰਗਜ਼ੇਬ ਬਾਦਸ਼ਾਹ ਦੇ ਪਹਿਲਵਾਨ ਨੂੰ ਹੇਠਾਂ ਸੁੱਟ ਕੇ ਸਭਨ ਅਚੰਬਾ ਕਰ ਦਿਖਰਾਵਾ। ਇਹ ਸਭਨਾਂ ਨੂੰ ਅਚੰਬਾ ਬਹੁਤ ਹੈਰਾਨੀ ਵਾਲਾ ਕੌਤਕ ਕਰਕੇ ਵਿਖਾ ਦਿੱਤਾ ਹੈ ਬਾਬਾ ਰਾਮ ਰਾਜ ਜੀ ਦੇ ਸੇਵਕ ਨੇ। ਕਿਤ ਚਮਾਰ ਕਿਤ ਉਜ਼ਬਕ ਇਹੋ। ਤੇ ਲੋਕ ਕਹਿਣ ਲੱਗੇ ਵੇਖ ਕੇ ਕਿ ਕਿੱਥੇ ਉਹ ਚਮਿਆਰ ਜਿਹਾ ਹੈ ਤੇ ਕਿੱਥੇ ਆ ਜਿਹੜਾ ਉਜਬਕ ਹੈ, ਬਹੁਤਾ ਹੀ ਤਗੜਾ ਪਹਿਲਵਾਨ ਆਖਿਆ ਜਾਣ ਵਾਲਾ। ਦੁਗਨ ਤਿਗੁਨ ਬਲ ਦੀਰਗ ਦੇਹੋ। ਤੇ ਵੇਖਦੇ ਹਨ ਤੇ ਕਹਿੰਦੇ ਹਨ ਵੇਖ ਕੇ ਕਿ ਕਿੱਥੇ ਇਹ ਜੋ ਬਹੁਤ ਜਿਹੀ ਤਗੜੇ ਸਰੀਰ ਵਾਲਾ ਹੈ ਤੇ ਬਹੁਤ ਦੁਗਣਾ ਤੁਗੜਾ ਸਰੀਰ ਦਾ ਬਲ ਹੈ, ਉਹ ਇਹ ਜਿਹੜਾ ਉਜਬਕ ਹੈ ਤੇ ਬਹੁਤਾ ਹੀ ਬਲੀ ਕਿਹਾ ਜਾਂਦਾ ਹੈ। ਕਹੇ ਸ਼ਾਹੇ ਅਜ਼ਮਤ ਕਰ ਡਾਰਾ। ਤੇ ਇਸ ਤਰ੍ਹਾਂ ਵੇਖ ਕੇ
ਲੋਕ ਬੜੇ ਹੈਰਾਨ ਹੁੰਦੇ ਆ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਹੈ ਕਿ ਇਹ ਤਾਂ ਮੈਂ ਨਹੀਂ ਮੰਨਦਾ ਕਿ ਜ਼ੋਰ ਦੇ ਨਾਲ ਹੀ ਢਾਇਆ ਹੈ, ਇਹ ਤਾਂ ਬਾਬਾ ਰਾਮ ਰਾਏ ਜੀ ਤੁਹਾਡੀ ਸ਼ਕਤੀ ਦਿੱਤੀ ਹੋਈ ਹੈ, ਇਹ ਕਰਾਮਾਤ ਦੁਆਰਾ ਹੀ ਇਸ ਪ੍ਰਕਾਰ ਦਾ ਬਲ ਇਸ ਤੁਹਾਡੇ ਸੇਵਕ ਨੇ ਵਿਖਾਇਆ। ਨਿਜ ਅਸ ਸੇਵਕ ਦੀਏ ਬਲ ਭਾਰਾ। ਤੇ ਇਸ ਤਰ੍ਹਾਂ ਆਪਣਾ ਬਲ ਤੁਸੀਂ ਆਪਣੇ ਸੇਵਕ ਨੂੰ ਐਸਾ ਦੇ ਦਿੱਤਾ ਹੈ। ਤੋ ਉਸ ਬਖ ਕੋ ਕਹਾਂ ਬਸਾਵੈ। ਤੇ ਤਾਂ ਫਿਰ ਇਹ ਜਿਹੜਾ ਸਾਡਾ ਉਜਬਕ ਬਹੁਤ ਤਗੜਾ ਪਹਿਲਵਾਨ ਹੈ, ਇਹਦਾ ਕੀ ਵਸ ਚੱਲ ਸਕਦਾ ਸੀ। ਨਰ ਪ੍ਰਕਰਮ ਇਹ ਤਰੈ ਗਿਰਾਵੈ। ਤੇ ਮਨੁੱਖ ਦਾ ਵਸ ਕੀ ਹੈ, ਤੇ ਹੋਰ ਕੋਈ ਮਨੁੱਖ ਦੇ ਵਿੱਚ ਬਲ ਕੀ ਹੋ ਸਕਦਾ ਹੈ ਸਾਡੇ ਪਹਿਲਵਾਨ ਜਿਹਾ, ਜਿਹੜਾ ਕੋਈ ਹੋਰ ਮਨੁੱਖ ਇਸ ਨੂੰ ਢਾਹ ਕੇ ਹੇਠਾਂ ਸੁੱਟ ਸਕਦਾ। ਦੇਸ਼ ਵਿਦੇਸ਼ਨ ਕੇ ਬਲਵਾਨ। ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਬਹੁਤੇ ਬਲ ਵਾਲੇ ਹੋਏ ਹਨ ਲੋਕ, ਫਿਰੇ ਆਏ ਕਰ ਦੀਨੇ ਹਾਨ। ਆ ਕੇ ਇਸ ਉਜਬਕ ਪਹਿਲਵਾਨ ਦੇ ਨਾਲ ਜੇਕਰ ਘੁਲੇ ਨੇ ਤਾਂ ਉਹਨਾਂ ਨੂੰ ਹਰਾ ਦਿੱਤਾ ਇਸਨੇ। ਇਸ ਕੋ ਜੀਤ ਨ ਗਮਨਿਓ ਕੋ। ਤੇ ਇਸ ਨੂੰ ਜਿੱਤ ਕੇ ਨਹੀਂ ਕੋਈ ਵੀ ਜਾ ਸਕਿਆ। ਦੇਖਤ ਤਰਾਸ ਉਪਾਵਤ ਸੋ। ਇਸ ਦਾ ਤਾਂ ਸਰੀਰ ਹੀ ਵੇਖ ਕੇ ਕਈ ਡਰ ਜਾਂਦੇ ਹਨ। ਤੁਮ ਤੁਰੰਗ ਕੋ ਦਾਸ ਮਹਾਨਾ। ਤੇ ਤੁਹਾਡੇ ਸੇਵਕ ਦਾ ਜੋ ਤੁਹਾਡਾ ਘੋੜਿਆਂ ਦਾ ਸੇਵਕ ਹੈ, ਘੋੜਿਆਂ ਦੀ ਸੇਵਾ ਕਰਨ ਵਾਲਾ ਇਹ ਜਿਹੜਾ ਦਾਸ ਲਿਆਂਦਾ ਹੈ ਤੁਸਾਂ ਘੁਲਣ ਵਾਸਤੇ, ਅਜ਼ਮਤ ਤੇ ਹੋਏ ਉਹ ਬਲਵਾਨਾ। ਇਹ ਤਾਂ ਤੁਹਾਡੀ ਸੇਵਾ ਕਰਕੇ ਤੇ ਤੁਹਾਡੇ ਵੱਲੋਂ ਮਿਲੀ ਹੋਈ ਜੋ ਅਜ਼ਮਤ ਸ਼ਕਤੀ ਹੈ ਉਸ ਕਾਰਨ ਹੀ ਬਲਵਾਨ ਬਣਿਆ। ਹੇਰ ਹੇਰ ਅਚਰਜ ਔਰ ਪਾਵਾ। ਤੇ ਇਸ ਪ੍ਰਕਾਰ ਇਹ ਔਰੰਗਜ਼ੇਬ ਬਾਦਸ਼ਾਹ ਜਿਹੜਾ ਹੈ ਵੇਖ ਵੇਖ ਕੇ ਬਹੁਤ ਹੈਰਾਨ ਹੋਇਆ ਹੈ। ਬਾਬਾ ਰਾਮ ਰਾਏ ਜੀ ਵੱਲ ਵੇਖ ਕੇ ਵੀ ਬਹੁਤ ਹੈਰਾਨ ਹੁੰਦੇ। ਕੌਣ ਕਰਹਿ ਇਸ ਕੇ ਸੰਗ ਦਾਵਾ। ਤੇ ਇਸ ਤਰ੍ਹਾਂ ਕਹਿਣ ਲੱਗਾ ਹੈ ਔਰੰਗਜ਼ੇਬ ਕਿ ਇਸ ਗੁਰੂ ਕੇ ਸਪੁੱਤਰ ਦੇ ਨਾਲ ਜੋ ਕਿਹੜਾ ਇਹਨਾਂ ਦੀ ਬਰਾਬਰੀ ਕਰਨ ਵਾਸਤੇ ਦਾਵਾ ਕਰ ਸਕਦਾ ਹੈ। ਗੁਰੂ ਘਰ ਦੀ ਬਰਾਬਰੀ ਕੌਣ ਕਰ ਸਕਦਾ ਹੈ। ਅਜ਼ਮਤ ਮਹਿ ਪੂਰਨ ਗੁਰ ਘਰ ਹੈ। ਤੇ ਇਸ ਤਰ੍ਹਾਂ ਇਸਨੇ ਕਹਿ ਦਿੱਤਾ ਹੈ ਭਰੀ ਸਭਾ ਵਿੱਚ ਕਿ ਅਜ਼ਮਤ ਸ਼ਕਤੀ ਕਰਾਮਾਤ ਵਿੱਚ ਗੁਰੂ ਘਰ ਸੰਪੂਰਨ ਹੈ। ਕੋ ਨਹਿ ਦਿਖੀਅਤ ਇਨ ਸੰਸਰ ਹੈ। ਤੇ ਇਹਨਾਂ ਵਰਗਾ ਹੋਰ ਕੋਈ ਨਹੀਂ ਦਿਸਦਾ, ਇਹੋ ਜਿਹਾ ਕੋਈ ਵੀ ਨਜ਼ਰ ਨਹੀਂ ਆਉਂਦਾ ਜਿਹੜਾ ਗੁਰੂ ਸਾਹਿਬ ਦੀ ਬਰਾਬਰੀ ਕਰ ਸਕੇ ਜਾਂ ਗੁਰੂ ਕਿਆ ਵਰਗਾ ਹੋਵੇ, ਗੁਰੂ ਕੇ ਸਾਹਿਬਜ਼ਾਦੇ ਵਰਗਾ ਵੀ ਕੋਈ ਹੋਵੇ, ਐਸਾ ਵੀ ਕੋਈ ਦਿਸਦਾ ਨਹੀਂ। ਤਬ ਸ਼੍ਰੀ ਰਾਮ ਰਾਏ ਚਲ ਆਏ। ਤਾਂ ਇਸ ਪ੍ਰਕਾਰ ਫਿਰ ਆਪਣੇ ਸੇਵਕ ਦੀ ਜਿੱਤ ਕਰਵਾ ਕੇ ਬਾਬਾ ਰਾਮ ਰਾਏ ਜੀ ਚੱਲ ਕੇ ਆਪਣੇ ਡੇਰੇ ਵਿੱਚ ਪਹੁੰਚੇ। ਸ਼ਾਹ ਮਲ ਸਗਰੇ ਪਛਤਾਏ। ਜਿਹੜੇ ਬਾਦਸ਼ਾਹੀ ਪਹਿਲਵਾਨ ਹਨ ਉਹ ਵੀ ਸਭ ਬਹੁਤਾ ਪਛਤਾਉਣ ਲੱਗ ਪਏ। ਓਜ ਦਰਬ ਤੇ ਰੰਕ ਚਮਾਰ। ਤੇ ਇਸ ਤਰ੍ਹਾਂ ਕਹਿੰਦੇ ਕਿ ਜਿਹੜਾ ਬਲ ਕਰਕੇ ਵੀ ਬਲਹੀਣ ਕਿਹਾ ਜਾਂਦਾ, ਵੇਖਣ ਨੂੰ ਵੀ ਬਹੁਤਾ ਬਲੀ ਨਹੀਂ ਲੱਗਦਾ ਬਾਬਾ ਰਾਮ ਰਾਏ ਜੀ ਦਾ ਸੇਵਕ, ਔਰ ਧਨ ਕਰਕੇ ਵੀ ਧਨਹੀਣ ਜਾਣਿਆ ਜਾਂਦਾ ਹੈ। ਤਿਸ ਕੁਸ਼ਤੀ ਕਰ ਹਮ ਗੇ ਹਾਰ। ਉਸ ਦੇ ਨਾਲ ਕੁਸ਼ਤੀ ਕਰਕੇ ਅਸੀਂ ਹਾਰ ਗਏ ਹਾਂ, ਉਸ ਨੂੰ ਵੀ ਢਾ ਨਹੀਂ ਸਕੇ, ਐਸੇ ਬਲਹੀਣ ਹਾਂ ਆਪਾਂ। ਅਪਰ ਲੋਕ ਸਭ ਕਰਹਿ ਤਿਕਾਰੀ। ਇਸ ਤਰ੍ਹਾਂ ਬਾਦਸ਼ਾਹੀ ਪਹਿਲਵਾਨ ਕਹਿਣ ਲੱਗੇ ਕਿ ਸਾਡੇ ਵਿੱਚ ਤਾਂ ਕੋਈ ਵੀ ਬਲ ਨਹੀਂ ਹੈ, ਜੇਕਰ ਅਸੀਂ ਮਾੜੂਏ ਜਿਹੇ ਨੂੰ ਵੀ ਢਾ ਨਹੀਂ ਸਕੇ। ਇਸ ਤਰ੍ਹਾਂ ਜਿਹੜੇ ਪਹਿਲਵਾਨ ਹਨ ਬਾਦਸ਼ਾਹੀ, ਇਹਨਾਂ ਨੂੰ ਜਿੰਨੇ ਬਾਦਸ਼ਾਹੀ ਅਹਿਲਕਾਰ ਨੇ, ਹੋਰ ਵੀ ਜੋ ਸਿਪਾਹੀ ਸੈਨਾਪਤੀ ਲੋਕ ਹੈ, ਬਹੁਤੀਆਂ ਹੀ ਲਾਹਨਤਾਂ ਪਾਉਣ ਲੱਗੇ। ਕਿਆ ਤੁਮ ਕੋ ਹੋਇਓ ਇਸ ਬਾਰੀ। ਉਹ ਜਦੋਂ ਵੀ ਮਿਲਦੇ ਨੇ ਬਾਦਸ਼ਾਹੀ ਅਹਿਲਕਾਰ, ਸੈਨਾਪਤੀ ਜਾਂ ਸਿਪਾਹੀ ਮਿਲਦੇ ਆ, ਉਹ ਕਹਿੰਦੇ ਨੇ ਕਿ ਤੁਸੀਂ ਤਾਂ ਬੜਾ ਆਪਣਾ ਜ਼ੋਰ ਦਿਖਾਉਂਦੇ ਹੁੰਦੇ ਸੀ, ਬੜਾ ਤੁਹਾਨੂੰ ਆਪਣੇ ਬਲ ਦਾ ਮਾਣ ਸੀ, ਪਰ ਇਸ ਵਾਰੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਦੇ ਸੇਵਕ ਦੇ ਨਾਲ ਲੜਦਿਆਂ ਹੋਇਆਂ ਤੁਹਾਨੂੰ ਕੀ ਮੌਤ ਪੈ ਗਈ। ਕਰਹਿ ਸੋ ਜਸ ਸਗਰੇ ਪੁਰ ਮਾਹੀ। ਤਾਂ ਉਹ ਉਸ ਦੇ ਅੱਗੇ ਕਿਉਂ ਤੁਹਾਡਾ ਵਸ ਨਹੀਂ ਚੱਲਿਆ, ਕਿਉਂ ਤੁਹਾਨੂੰ ਉਸਨੇ ਢਾ ਲਿਆ ਹੈ। ਤੁਸੀਂ ਤਾਂ ਬੜੇ ਹੀ ਬਲਹੀਣ ਹੀ ਰਹੇ ਹੋ, ਤੁਹਾਡਾ ਵੱਡਾ ਜਿਹੜਾ ਪਹਿਲਵਾਨ ਹੈ ਉਹ ਕਿਵੇਂ ਢੱਠ ਗਿਆ ਹੈ। ਤੇ ਇਸ ਪ੍ਰਕਾਰ ਜਿਹੜੀ ਹੈ
ਕਰਹਿ ਸੋ ਜਸ ਸਗਰੇ ਪੁਰ ਤੇ ਮਾਹੀ। ਸਾਰੇ ਨਗਰ ਦੇ ਵਿੱਚ ਸਭ ਲੋਕ ਜਿਹੜੇ ਹਨ ਗੁਰੂ ਸਾਹਿਬ ਜੀ ਦੇ ਸੇਵਕ ਦਾ ਸ੍ਰੇਸ਼ਟ ਜਸ ਹੀ ਕਰਦੇ ਹਨ। ਅਨਕ ਉਪਾਇਨ ਕਹੋ ਅਰ ਪਾਹੀ। ਇਹ ਅਨੇਕਾਂ ਹੀ ਭੇਟਾਵਾਂ ਅਰਪਣ ਕਰਦੇ ਹਨ। ਗੁਰੂ ਕੇ ਸਪੁੱਤਰ ਬਾਬਾ ਰਾਮ ਰਾਜ ਜੀ ਦੇ ਪਾਸ ਪਹੁੰਚ ਕੇ ਸ਼ਾਹ ਪਠੈ ਫਲ ਫੂਲ ਵਿਸਾਲਾ। ਔਰੰਗਜ਼ੇਬ ਬਾਦਸ਼ਾਹ ਵੀ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਦਾ ਸਤਿਕਾਰ ਕਰਦਾ ਹੈ। ਫਲਾਂ ਦੇ ਟੋਕਰੇ ਔਰ ਫੁੱਲਾਂ ਆਦਿਕ ਦੇ ਟੋਕਰੇ ਭਰ ਭਰ ਕੇ ਭੇਜਦਾ। ਮੇਵਨ ਕੀ ਡਾਲੀ ਸਭ ਕਾਲਾ। ਤੇ ਮੇਵਿਆਂ ਦੀ ਡਾਲੀ ਵੀ, ਫਲਾਂ ਦੀ, ਸੁੱਕੇ ਫਲਾਂ ਦੀ ਵੀ ਡਾਲੀ ਜੋ ਹੈ ਭਰ ਕਰਕੇ ਭੇਜਦਾ ਰਹਿੰਦਾ। ਦੋਹਰਾ ਸਾਦਰ ਬੋਲ ਪਠਾਵਹੀ। ਤੇ ਸਤਿਕਾਰ ਦੇ ਨਾਲ ਆਪਣੇ ਕਿਸੇ ਨੌਕਰ ਨੂੰ ਭੇਜ ਕਰਕੇ ਫਿਰ ਆਪਣੀ ਸਭਾ ਦੇ ਵਿੱਚ ਗੁਰੂ ਕੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਸੱਦਦਾ। ਸਾਦਰ ਬਾਕ ਬਿਲਾਸ। ਤੇ ਜਿਸ ਵੇਲੇ ਆਪਣੇ ਕਚਹਿਰੀ ਦੇ ਵਿੱਚ ਕੋਲ ਬਿਠਾਉਂਦਾ ਏ ਤੇ ਬੜੇ ਆਦਰ ਦੇ ਸਹਿਤ ਔਰੰਗਜ਼ੇਬ ਬਾਦਸ਼ਾਹ ਗੁਰੂ ਕੇ ਸਾਹਿਬਜ਼ਾਦੇ ਦਾ ਨਾਲ ਬਚਨ ਬਿਲਾਸ ਕਰਦਾ। ਕਵ ਸੰਤੋਖ ਸਿੰਘ ਦੇਤ ਧਨ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਔਰੰਗਜ਼ੇਬ ਬਾਦਸ਼ਾਹ ਜੋ ਹੈ ਗੁਰੂ ਸਾਹਿਬ ਜੀ ਦੇ ਸਪੁੱਤਰ ਨੂੰ ਬਹੁਤਾ ਹੀ ਧਨ ਭੇਟਾ ਕਰਦਾ। ਕਰਹਿ ਕਾਜ ਸ਼ੁਭ ਰਾਸ। ਤੇ ਆਪਣੇ ਜੋ ਕਾਰਜ ਹਨ ਉਹਨਾਂ ਨੂੰ ਰਾਸ ਕਰਵਾ ਲੈਂਦਾ ਹੈ। ਆਪਣੇ ਕਾਰਜ ਸਾਰ ਲੈਂਦਾ ਹੈ। ਸ੍ਰੇਸ਼ਟ ਕਾਰਜਾਂ ਨੂੰ ਸੰਪੂਰਨ ਕਰਵਾ ਲੈਂਦਾ ਹੈ। ਜਾਂ ਹੋਰ ਵੀ ਜੋ ਕਾਰਜ ਕਰਾਉਣਾ ਚਾਹੁੰਦਾ ਹੈ ਆਪਣੇ ਕਾਰਜ ਰਾਸ ਕਰਾਉਂਦਾ ਹੈ। ਜੋ ਇੱਛਾ ਹੈ ਸ਼ਕਤੀ ਆਦਿਕ ਵੇਖਣ ਦੀ ਉਹ ਵੇਖਦਾ ਹੈ, ਪਰਖਦਾ ਹੈ। ਇਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਸੱਦ ਕੇ ਸਮੇਂ-ਸਮੇਂ ਅਨੁਸਾਰ ਸ਼ਕਤੀ ਵੇਖਦਾ ਹੈ ਔਰ ਆਪਣੇ ਜੋ ਨਾ ਪੂਰੇ ਹੋਣ ਵਾਲੇ ਕਾਰਜ ਹਨ ਉਹਨਾਂ ਨੂੰ ਰਾਸ ਕਰਾਉਣ ਵਾਸਤੇ ਬੇਨਤੀਆਂ ਕਰਕੇ ਉਹ ਕਾਰਜ ਵੀ ਸੰਪੂਰਨ ਕਰਾਉਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਵੇਂ ਇਸ ਦੇ ਬੇਗਮ ਦੇ ਕੁੱਖ ਤੋਂ ਬੱਚੇ ਦਾ ਜਨਮ ਹੋਇਆ, ਬਹਾਦਰ ਸ਼ਾਹ ਪੁੱਤਰ ਪੈਦਾ ਹੋਇਆ, ਸੋ ਜਪਜੀ ਸਾਹਿਬ ਦੀ ਬਾਣੀ ਦੀ ਕਿਰਪਾ ਦੁਆਰਾ ਉਸ ਦੇ ਉੱਪਰ ਮਿਹਰ ਹੋਈ। ਤਾਂ ਹੀ ਗੁਰੂ ਘਰ ਦੇ ਨਾਲ ਪ੍ਰੀਤ ਵਾਲਾ, ਦਸਵੇਂ ਪਾਤਸ਼ਾਹ ਮਹਾਰਾਜ ਨਾਲ ਪ੍ਰੀਤੀ ਵਾਲਾ ਉਹ ਹੋਇਆ। ਸੋ ਇਹ ਗੁਰੂ ਕੀ ਬਾਣੀ ਦੀ ਮਹਿਮਾ ਹੈ। ਜਪਜੀ ਸਾਹਿਬ ਦੇ ਪਾਠ ਦੀ ਮਹਾਨ ਉੱਤਮ ਮਹਿਮਾ ਬਾਬਾ ਰਾਮ ਰਾਏ ਜੀ ਨੇ ਪ੍ਰਗਟ ਕਰਕੇ ਦਿਖਾਈ। ਜਿਹੜੇ ਗੁਰੂ ਕੀ ਬਾਣੀ ਦਾ ਪ੍ਰੇਮ ਨਾਲ, ਭਰੋਸੇ ਨਾਲ ਪਾਠ, ਸ਼ਰਧਾ ਭਾਵਨਾ, ਇਕਾਗਰਤਾ ਦੇ ਨਾਲ ਕਰਦੇ ਹੈ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਨ। ਤਿਨਾਂ ਦੇ ਦੁੱਖ ਨਿਵਰਤ ਹੁੰਦੇ ਹੈ ਔਰ ਅਨੇਕ ਪ੍ਰਕਾਰ ਦੇ ਕਾਰਜ ਜੋ ਹਨ ਗੁਰੂ ਕੀ ਬਾਣੀ ਦੁਆਰਾ ਸਫਲ ਹੁੰਦੇ ਹਨ। ਸੋ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ। ਸਾਦਰ ਬੋਲ ਪਠਾਵਹੀ। ਸਾਦਰ ਬਾਕ ਬਿਲਾਸ। ਕਵ ਸੰਤੋਖ ਸਿੰਘ ਦੇਤ ਧਨ। ਕਰਹਿ ਕਾਜ ਸ਼ੁਭ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।